ਆਪਾਂ ਜੀਓਗ੍ਰਾਫੀ ਕਰਨੀ ਸੀ ਕਿ ਨਾ ਅੱਜ लैटीट्यूड क्या चीज़ होंगी है एक है लैटीट्यूड दूजा लॉन्गीट्यूड है एक वर्टिकल होएगा एक हॉरिजॉन्टल होएगा क्या चीज़ होंगी है इनू थोड़ी देर पा लिया करो जेब च हाँ एक चीज़ हाँ एक लैटीट्यूड है तो ये प्रॉपर डेफिनेशन नहीं है मतलब थोड़ा डिटेल से दसो क्या चीज़ होंगी है लैटीट्यूड तो क्या लॉन्गीट्यूड होंगी एक वर्टिकल होणगी एक हॉरिजॉन्टल होणगी प्लस टोटल नंबर ऑफ लैटीट्यूड्स किन्ने ने टोटल नंबर ऑफ लॉन्गीट्यूड्स किन्ने ने इन्हां दा काम की है टाइम बोलो कोई गल नहीं ओके हाँ और कोई गल नहीं ठीक है बस ਕੰਮ ਕੀ ਹੈ ਇਹਨਾਂ ਦਾ ਜਦੋਂ ਬੱਚਿਆਂ ਨੂੰ ਆਪਾਂ ਸਕੂਲ 'ਚ ਪੜ੍ਹਾਉਂਦੇ ਹਾਂ ਤਾਂ ਉਹਨਾਂ ਨੂੰ ਇੱਕ ਸਿੰਪਲ ਜਿਹਾ ਐਗਜ਼ਾਮਪਲ ਦਿੰਦੇ ਹਾਂ ਬੱਚਿਆਂ ਨੂੰ ਯਾਦ ਕਰਾਉਣ ਲਈ ਕਿ ਲੇਟਿਆ ਹੋਇਆ ਲੈਟੀਟਿਊਡ ਲੌਂਗੀਟਿਊਡ ਇਹ ਬੱਚਿਆਂ ਨੂੰ ਯਾਦ ਕਰਾਉਣ ਦਾ ਤਰੀਕਾ ਹੈ ਕਿ ਉਹਨਾਂ ਦੇ ਮਾਈਂਡ 'ਚੋਂ ਬਾਰ-ਬਾਰ ਸਕਿਪ ਨਾ ਹੋਵੇ ਕਨਫਿਊਜ਼ ਨਾ ਹੋਣ ਲੈਟੀਟਿਊਡ ਤੇ ਲੌਂਗੀਟਿਊਡ 'ਚੋਂ ਠੀਕ ਹੈ ਇੱਕ ਮੰਨ ਲਓ ਬੇਸਿਕ ਸ਼ੇਪ ਹੈ ਅਰਥ ਦੀ ਠੀਕ ਹੈ ਇਹ ਕਿਹਦਾ ਐਗਜ਼ਾਮਪਲ ਹੈ ਇਕੁਏਟਰ ਲੈਟੀਟਿਊਡ ਦਾ ਕਿ ਲੌਂਗੀਟਿਊਡ ਦਾ लैटीट्यूड का है ना ऐदा ही अपने को वेरीअस लैटीट्यूड्स ने है ऐदा ही है ये किसका एग्जाम्पल है लॉन्गीट्यूड का ऐदा है ना टोटल नंबर ऑफ लैटीट्यूड्स किन्ने ने ते टोटल नंबर ऑफ लॉन्गीट्यूड्स किन्ने ने टोटल अर्थ नूं ना अर्थ नूं आपां चार हिस्सियां च वंडदे हैं बेसिकली आपां दो स्फेयर च वंडदे हैं गलार्द जिन्हों कहते हैं आप हिंदी पंजाबी च ठीक है चार च भी इनू डिवाइड कर सकते हैं आप ठीक है चाहे इनू ऐदा वंड लो उपरला हिस्सा है ना ऐदा हो जाएगा ऐदा भी आ जाएगा ये ऐदा भी वंड सकते हैं आप इनू है ना लॉन्गीट्यूड वाइज भी वंड सकते हैं तो लैटीट्यूड वाइज भी वंड सकते हैं है ना तो टोटल नंबर ऑफ लैटीट्यूड्स किन्ने ने गब्बे अपने को जीरो है कई बंदे जीरो ने भी काउंट कर लेंगे बट जीरो इनू काउंट नहीं करते जनरली टोटल नंबर ऑफ लैटीट्यूड्स किन्ने ने अपने को 180 90 उपर 90 थले ठीक है 90 उपर 90 थले लॉन्गीट्यूड किन्ने ने टोटल 180 इधर 180 इधर मतलब इन्होंने फॉर एग्जाम्पल की करता कि 30 उरे देता 60 उरे देता ऐदा उपर जाके 0 हो गया है ना ऐदा ही 30 इत्थे 60 इत्थे ऐदा ही जो इन्हों वंडण की बारी आई 30 60 90 ऐदा 180 इधर 180 इधर ऐदा करता ना इन्होंने आ रहा समझ ऐदा करता इन्होंने है ना उन्होंने काम की है लैटीट्यूड तो लॉन्गीट्यूड का काम की है मतलब परपज़ की सर्व करता की परपज़ सर्व करता फॉर एग्जाम्पल जे आपां नूं मान लो कोई एक्स नाम का बंदा ठीक है उन्हें कोई कुरीयर या कोई चीज़ डिलीवर करनी है चंडीगढ़ के विच किसी वाई नाम के बंदे नूं ठीक है ਆਪਾਂ ਉਹਨੂੰ ਦਿੱਲੀ ਤੋਂ ਭੇਜ ਰਹੇ ਹਾਂ ਆਪਾਂ ਉਹਨੂੰ ਪੰਜਾਬ ਚੋਂ ਕਿਤੇ ਤੋਂ ਭੇਜ ਰਹੇ ਹਾਂ ਲੁਧਿਆਣੇ ਤੋਂ ਭੇਜ ਰਹੇ ਹਾਂ ਕਿਤੇ ਤੋਂ ਵੀ ਭੇਜ ਰਹੇ ਹਾਂ ਉਹਨੂੰ ਚੰਡੀਗੜ੍ਹ ਆਉਣਾ ਆਪਾਂ ਉਹਨੂੰ ਕਹਾਂਗੇ ਕਿ ਚੰਡੀਗੜ੍ਹ 'ਚ ਵਾਈ ਨਾਮ ਦਾ ਬੰਦਾ ਹੈ ਉਹਨੂੰ ਜਾ ਕੇ ਆਹ ਚੀਜ਼ ਫੜਾ ਦੇ ਉਹ ਫੜਾ ਦੇਗਾ ਸਿਰਫ ਇੰਨੀ ਜਾਣਕਾਰੀ ਆ ਉਹਦੇ ਕੋਲ ਕਿ ਚੰਡੀਗੜ੍ਹ 'ਚ ਇੱਕ ਵਾਈ ਨਾਮ ਦਾ ਬੰਦਾ ਚੰਡੀਗੜ੍ਹ 'ਚ ਹਜ਼ਾਰਾਂ ਵਾਈ ਹੋਣਗੇ ਠੀਕ ਹੈ ਫਿਰ ਉਹਨੂੰ ਆਪਾਂ ਥੋੜ੍ਹਾ ਜਿਹਾ ਹੋਰ ਪ੍ਰਸਾਈਜ਼ ਕਰ ਦਿੰਦੇ ਹਾਂ ਕਿ ਨਹੀਂ ਚੰਡੀਗੜ੍ਹ ਦੇ 42 ਸੈਕਟਰ ਦੇ ਵਿੱਚ ਵਾਈ ਨਾਮ ਦਾ ਬੰਦਾ
ਉਹਨੂੰ ਹੁਣ ਥੋੜਾ ਜਿਹਾ ਏਰੀਆ ਕਨਫਾਈਨਡ ਹੋ ਗਿਆ ਉਹਦਾ ਕਿ 42 ਸੈਕਟਰ ਦੇ ਵਿੱਚ ਆ, ਬਟ ਸਟਿਲ ਉਹ ਨਹੀਂ ਟੋਲ ਸਕੇਗਾ ਕਿਉਂਕਿ 42 ਸੈਕਟਰ ਬਹੁਤ ਬੜਾ ਹੈ। 42 ਸੈਕਟਰ ਦੇ ਵਿੱਚ ਵੀ ਬਹੁਤ ਸਾਰੇ ਵਾਈ ਹੋਣਗੇ, ਬਹੁਤ ਸਾਰੇ ਘਰ ਹੋਣਗੇ, ਨਹੀਂ ਟੋਲ ਸਕੇਗਾ। ਫਿਰ ਆਪਾਂ ਉਹਨੂੰ ਥੋੜਾ ਜਿਹਾ ਹੋਰ ਪ੍ਰੀਸਾਈਜ਼ ਕਰ ਦੇਂਗੇ ਕਿ ਚੰਡੀਗੜ੍ਹ ਦੇ ਵਿੱਚ 42 ਸੈਕਟਰ ਦੇ ਵਿੱਚ ਇੰਨੇ ਗਲੀ ਨੰਬਰ ਦੇ ਵਿੱਚ ਇੰਨਾ ਮਕਾਨ ਨੰਬਰ ਹੈ, ਉੱਥੇ ਜਾ ਕੇ ਵਾਈ ਫਿਰ ਉਹ ਲੱਭ ਲਏਗਾ। ਐਦਾਂ ਹੀ ਅਰਥ ਦੇ ਉੱਪਰ ਪਿਨ ਪੁਆਇੰਟ ਲੋਕੇਸ਼ਨ ਨੂੰ ਐਕਸੈਸ ਕਰਨ ਲਈ, ਪਿਨ ਪੁਆਇੰਟ ਲੋਕੇਸ਼ਨ ਨੂੰ ਆਈਡੈਂਟੀਫਾਈ ਕਰਨ ਲਈ ਆਪਾਂ ਨੂੰ ਦੋ ਚੀਜ਼ਾਂ ਹੁੰਦੀਆਂ, ਇੱਕ ਹੁੰਦਾ ਲੈਟੀਟਿਊਡ ਤੇ ਦੂਜਾ ਹੁੰਦਾ ਲੌਂਗੀਟਿਊਡ। ਸਮਝ ਗਏ? ਪਿਨ ਪੁਆਇੰਟ ਚੀਜ਼ਾਂ ਨੂੰ, ਹੈ ਨਾ। ਹੁਣ ਦੋ ਕੰਟਰੀ ਆਪਸ 'ਚ ਲੜ ਰਹੇ ਹੈ, ਦੋ ਕੰਟਰੀਜ਼ ਨੇ ਇੱਕ ਦੂਜੇ ਕੰਟਰੀਜ਼ ਦੇ ਉੱਪਰ ਮਿਸਾਈਲਸ ਸੈੱਟ ਕੀਤੀਆਂ ਹੋਈਆਂ, ਵਾਰ ਹੋ ਰਹੀ ਹੈ, ਜਾਂ ਕੰਟਰੀ ਕੋਈ ਐਕਸਪੈਰੀਮੈਂਟ ਕਰ ਰਿਹਾ, ਕਿਸੇ ਕੋਈ ਮਿਸਾਈਲ ਦਾ ਐਕਸਪੈਰੀਮੈਂਟ ਕਰ ਰਿਹਾ, ਉਹ ਕਦੋਂ ਤੱਕ ਐਕਸਪੈਰੀਮੈਂਟ ਸਕਸੈਸਫੁਲ? ਹੁਣ ਉਹਨੇ ਮਿਸਾਈਲ ਨੂੰ ਸੇਫ ਡਿਪਲੋਏ ਕਰਨਾ, ਕਿਤੇ ਸੀ ਦੇ ਵਿੱਚ ਹੈ, ਕਿਤੇ ਸੇਫ ਜਗ੍ਹਾ, ਕਿਤੇ ਰੇਗਿਸਤਾਨ ਦੇ ਵਿੱਚ ਉਹਨੂੰ ਸਿੱਟਣਾ ਹੈ ਮਿਸਾਈਲ ਨੂੰ, ਹੈ ਨਾ। ਤਾਂ ਉਸ ਜਗ੍ਹਾ ਦੇ ਆਪਾਂ ਨੂੰ ਐਗਜ਼ੈਕਟ ਲੋਕੇਸ਼ਨ ਪਤਾ ਹੋਣੀ ਚਾਹੀਦੀ ਨਾ, ਤਾਂ ਹੀ ਉਹ ਤਾਂ ਮਸ਼ੀਨ ਹੈ। ਮਿਸਾਈਲ ਦਾ ਹੈਵ ਨੋ ਬ੍ਰੇਨ, ਉਹਦਾ ਕੋਈ ਬ੍ਰੇਨ ਨਹੀਂ ਹੈਗਾ। ਮਿਸਾਈਲ ਆਪਣੇ ਆਪ ਤੋਂ ਜਾ ਕੇ ਉਸ ਜਗ੍ਹਾ 'ਤੇ ਨਹੀਂ ਗਿਰੇਗੀ, ਆਪਾਂ ਨੂੰ ਉਹਦੇ ਲੋਕੇਸ਼ਨ, ਉਹਦੇ ਐਕਸੈਸ ਪੁਆਇੰਟ ਪਤਾ ਹੋਣੇ ਚਾਹੀਦੇ, ਹੈ ਨਾ। ਉਹ ਜੋਗਰਾਫੀਕਲ ਕੋਆਰਡੀਨੇਟਸ ਪਤਾ ਹੋਣੇ ਚਾਹੀਦੇ, ਉਹ ਜੋਗਰਾਫੀਕਲ ਕੋਆਰਡੀਨੇਟਸ ਜਗ੍ਹਾ ਦੇ ਜੋਗਰਾਫੀਕਲ ਕੋਆਰਡੀਨੇਟਸ ਹੋਣਗੇ, ਫਿਰ ਉਹ ਮਿਸਾਈਲ ਉੱਥੇ ਜਾ ਕੇ ਗਿਰ ਜਾਏਗੀ। ਨਹੀਂ ਤਾਂ ਕਿਸੇ ਹੋਰ ਆਪਣੇ ਸ਼ਹਿਰ ਦੇ ਵਿੱਚ ਸਿਵਿਲੀਅਨਸ ਲੋਕਾਂ ਦੇ ਉੱਪਰ ਹੀ ਗਿਰ ਜਾਏਗੀ ਜੇ ਇੱਦਾਂ ਹੀ ਤੁੱਕੇ ਨਾਲ ਹੀ ਛੱਡ ਦਾਂਗੇ, ਹੈ ਨਾ। ਤਾਂ ਉਹ ਚੀਜ਼ਾਂ ਕੀ ਹੁੰਦੀਆਂ ਲੈਟੀਟਿਊਡ ਤੇ ਲੌਂਗੀਟਿਊਡ, ਹੈ ਨਾ। ਫੋਰ ਐਗਜ਼ਾਮਪਲ ਮੈਂ ਕਹਿੰਦਾ ਕਿ ਹੁਣ ਇਹਨੂੰ ਆਪਾਂ ਨੂੰ ਪਤਾ ਹੈ ਕਿ ਇਹਨੂੰ ਆਪਾਂ ਨਾਰਥ ਤੇ ਸਾਊਥ 'ਚ ਵੰਡਦੇ ਹਾਂ, ਇਹਨਾਂ ਨੂੰ ਆਪਾਂ ਈਸਟ ਤੇ ਵੈਸਟ 'ਚ ਵੰਡਦੇ ਹਾਂ, ਹੈ ਨਾ। ਮੈਂ ਇੱਕ ਚੀਜ਼ ਕਹਿੰਦਾ ਕਿ ਐਕਸ ਨਾਮ ਦਾ ਬੰਦਾ 30 ਡਿਗਰੀ ਨਾਰਥ ਤੇ 60 ਡਿਗਰੀ ਸਾਊਥ ਤੇ ਖੜਾ ਹੈ, ਠੀਕ ਹੈ। ਐਕਸ ਨਾਮ ਦੇ ਬੰਦੇ ਦੇ ਆਹ ਪੁਆਇੰਟਸ ਨੇ। ਹੁਣ 30 ਡਿਗਰੀ ਨਾਰਥ ਦਾ ਆਪਣਾ ਇਹ ਲਾਈਨ ਹੈ, ਬਟ ਇਹ ਲਾਈਨ ਇੱਥੇ ਵੀ ਨਾਰਥ 30 ਡਿਗਰੀ ਹੈ, ਇੱਧਰ ਵੀ। ਪੂਰੀ ਦੁਨੀਆ 'ਚ ਇੱਦਾਂ ਘੁੰਮ ਰਹੀ ਹੈ, ਇਹ ਬਹੁਤ ਬੜੀ ਹੈ, ਨਹੀਂ ਲੱਭ ਸਕਦੇ ਆਪਾਂ ਉਹਨੂੰ, ਹੈ ਨਾ। ਫਿਰ ਆਪਾਂ ਦੇਖਾਂਗੇ ਕਿ 60 ਡਿਗਰੀ ਸਾਊਥ, 60 ਡਿਗਰੀ ਸਾਊਥ ਕਿਹੜਾ ਹੈ? ਆਹ ਚਲਾ ਗਿਆ, ਹੈ ਨਾ। ਮਤਲਬ ਯਾਨੀ ਕਿ ਇਹ ਲਾਈਨ 30 ਡਿਗਰੀ, ਇੱਕ ਇਹ ਲਾਈਨ ਦੀ ਗੱਲ ਕਰ ਰਹੇ ਹਾਂ ਨਾ ਆਪਾਂ, ਇਹ ਦੋਨੋਂ ਜਿੱਥੇ ਇੰਟਰਸੈਕਟ ਕਰ ਰਹੇ ਆ, ਇਹੀ ਲਾਈਨ ਸੀਗੀ ਨਾ, ਇੰਟਰਸੈਕਟ ਤਾਂ ਇੱਥੇ ਹੀ ਹੋ ਰਿਹਾ ਦੋਨਾਂ ਦਾ। ਤਾਂ ਇੱਥੇ ਉਹਦਾ ਕੀ ਬਣ ਗਿਆ? ਐਕਸ ਨਾਮ ਦਾ ਬੰਦਾ ਇੱਥੇ ਖੜਾ ਹੈ, ਉਹਦੀ ਐਗਜ਼ੈਕਟ ਲੋਕੇਸ਼ਨ ਪਤਾ ਲੱਗ ਗਈ। ਮੈਂ ਇੱਥੇ ਖੜਾ, ਮੇਰਾ ਇੱਕ ਪਰਟੀਕੂਲਰ ਲੋਕੇਸ਼ਨ ਬਣ ਰਹੀ ਹੈ, ਇੱਕ ਲੈਟੀਟਿਊਡ ਜਾ ਰਿਹਾ ਆਪਣੇ ਵਿੱਚ ਨੂੰ ਇਸ ਜਗ੍ਹਾ ਦਾ, ਇੱਕ ਲੌਂਗੀਟਿਊਡ ਜਾ ਰਿਹਾ, ਇੱਕ ਐਗਜ਼ੈਕਟ ਪਿਨ ਪੁਆਇੰਟ ਲੋਕੇਸ਼ਨ ਬਣ ਰਹੀ ਹੈ ਆਪਣੀ। ਆਇਆ ਸਮਝ? ਉਹ ਇਹ ਚੀਜ਼ ਹੈ ਨਾ। ਕਿਸੇ ਪਿੰਨ ਦਾ ਵੀ ਐਗਜ਼ੈਕਟ ਤੁਹਾਨੂੰ ਚੀਜ਼, ਫੋਰ ਐਗਜ਼ਾਮਪਲ ਇੰਡੀਆ ਨਾਮ ਦਾ ਇੱਕ ਕੰਟਰੀ ਆ, ਉਹ ਦੁਨੀਆ ਅਰਥ ਦੇ ਇੰਨੇ ਕੁ ਏਰੀਆ 'ਚ ਹੈ। ਇੰਡੀਆ ਦੇ ਵੀ ਜੋਗਰਾਫੀਕਲ ਕੋਆਰਡੀਨੇਟਸ ਨੇ ਨਾ, ਕਿ ਇੰਨੇ ਤੋਂ ਲੈ ਕੇ ਇੰਨੇ ਦੇ ਵਿੱਚ ਹੈ ਇੰਡੀਆ। ਅਰਥ ਦੇ ਉੱਪਰ ਪਰਟੀਕੂਲਰ ਹਿੱਸਾ ਉਹ ਜਿਹੜੇ ਹੋਣਗੇ ਉਹ ਇੰਡੀਆ ਨੂੰ ਬਿਲੋਂਗ ਕਰੇਗਾ, ਇੰਨਾ ਟੁਕੜਾ ਉਹ ਇੰਡੀਆ ਦੇ ਹੋਣਗੇ। ਸਮਝ ਰਹੇ ਨਾ? ਪਿਨ ਪੁਆਇੰਟ ਲੋਕੇਸ਼ਨ ਨੂੰ ਐਕਸੈਸ ਕਰਨ ਲਈ। ਆਇਆ ਸਮਝ? ਆਇਆ ਨਾ ਸਮਝ, ਹੈ ਨਾ। ਜਿੱਦਾਂ ਹੁਣ ਇੰਡੀਆ ਦੇ ਕੁਝ ਥੋੜ੍ਹੇ ਬਹੁਤ ਇੰਡੀਆ ਦੇ ਜੋਗਰਾਫੀਕਲ ਕੋਆਰਡੀਨੇਟਸ ਨੇ, ਠੀਕ ਹੈ, ਠੀਕ ਹੈ। ਇੱਧਰ ਨੂੰ ਇੱਕ ਲਾਈਨ ਜਾ ਰਹੀ ਹੈ ਇੰਡੀਆ ਦੇ ਵਿੱਚ ਨੂੰ, ਇੱਕ ਇੱਧਰ ਨੂੰ ਜਾ ਰਹੀ ਹੈ ਨਾ। ਇੰਨੇ ਏਰੀਆ ਦੇ ਵਿੱਚ ਇੰਡੀਆ, ਸਮਝ ਰਹੇ ਨਾ, ਇੰਨਾ ਏਰੀਆ। ਇੱਧਰ 67 ਪੁਆਇੰਟ ਸਮਥਿੰਗ ਹੈ, ਇੱਧਰ 97 ਪੁਆਇੰਟ ਸਮਥਿੰਗ ਹੈ, ਸਮਝ ਰਹੇ ਨਾ। ਤਕਰੀਬਨ ਕਿੰਨੇ ਲੈਟੀਟਿਊਡਸ ਹੋ ਗਏ? 30, ਤਕਰੀਬਨ 30 ਲੈਟੀਟਿਊਡਸ ਹੋ ਗਏ, ਹੈ ਨਾ, ਜਿਹਦੇ ਵਿੱਚ ਇੰਡੀਆ ਨਾਮ ਦਾ ਕੰਟਰੀ ਹੈ। ਇੱਦਾਂ ਹੀ ਹੈ ਨਾ, ਇਹ ਪਰਟੀਕੂਲਰ ਲੋਕੇਸ਼ਨ ਹੋ ਗਈ। ਆਇਆ ਸਮਝ ਥੋੜਾ ਜਿਹਾ ਕੁਛ, ਹੈ ਨਾ। ਹੁਣ ਅਰਥ ਦਾ ਜਿਹੜਾ ਘੁੰਮਣ ਦਾ ਉਹ ਹੈ, ਆਪਾਂ ਕੱਲ ਪਰਸੋਂ ਵੀ ਡਿਸਕਸ ਕੀਤਾ ਸੀਗਾ ਕਿ ਅਰਥ ਇੱਕ ਤਾਂ ਆਪਣੇ ਐਕਸਿਸ ਤੇ ਰੋਟੇਟ ਕਰ ਰਹੀ ਹੈ ਨਾ, ਇੱਕ ਰੈਵੋਲੂਟ ਕਰ ਰਹੀ ਹੈ। ਇੱਕ ਚੀਜ਼ ਹੈ ਰੋਟੇਸ਼ਨ, ਦੂਜੀ ਚੀਜ਼ ਹੈ ਰੈਵੋਲੂਸ਼ਨ, ਹੈ ਨਾ। ਜਦੋਂ ਰੋਟੇਟ ਕਰਦੀ ਹੈ ਤਾਂ ਆਪਣੇ ਐਕਸਿਸ ਦੇ ਉੱਪਰ, ਆਪਣੇ ਧੁਰੇ ਦੇ ਉੱਪਰ ਰੋਟੇਟ ਕਰ ਰਹੀ ਹੈ, ਇੱਦਾਂ ਆਪਣੇ ਉਹਦੇ ਉੱਪਰ ਰੋਟੇਟ ਕਰ ਰਹੀ ਹੈ। ਇਹ ਘੁੰਮਦੇ ਉਹ ਕੀ ਕਰ ਰਹੀ ਹੈ? ਉਹ ਸਨ ਦੇ ਅਰਾਊਂਡ ਵੀ ਰੋਟੇਟ ਕਰ ਰਹੀ ਹੈ। ਆਹੀ ਕੁਛ ਹੋ ਰਿਹਾ ਨਾ, ਘੁੰਮਦੇ ਸਨ ਦੇ ਅਰਾਊਂਡ ਵੀ ਰੋਟੇਟ ਕਰ ਰਹੀ ਹੈ। ਇਹ ਦੋਨੋਂ ਕੰਮ ਉਹ ਸਾਈਮਲਟੇਨੀਅਸਲੀ ਕਰ ਰਹੀ ਹੈ ਨਾ, ਜਿਸ ਤੋਂ ਆਪਣੇ ਦਿਨ ਰਾਤ ਤੇ ਆਪਣੇ ਸੀਜ਼ਨਸ ਚੇਂਜ ਹੁੰਦੇ, ਐਦਾਂ ਹੀ ਹੋ ਰਿਹਾ ਨਾ। ਹੁਣ ਆਪਾਂ ਨੂੰ ਇੱਕ ਚੀਜ਼ ਪਤਾ ਹੈ ਕਿ ਅਰਥ ਦਾ ਰੋਟੇਸ਼ਨ ਟਾਈਮ ਕਿੰਨਾ ਹੈ, ਆਪਾਂ ਉਹਨੂੰ ਅਪਰੋਕਸੀਮੇਟਲੀ 24 ਆਵਰਸ ਲੈ ਲੈਂਦੇ ਹਾਂ, ਇੱਦਾਂ ਹੀ ਕਰਦੇ ਹਾਂ ਆਪਾਂ। ਵੈਸੇ ਐਗਜ਼ੈਕਟ ਆਪਾਂ ਦੇਖਿਆ ਸੀਗਾ 23 ਘੰਟੇ 56 ਮਿੰਟ, ਠੀਕ ਹੈ, 4.091 ਸੈਕਿੰਡਸ, ਹੈ ਨਾ, ਉਹਨੂੰ ਆਪਾਂ 24 ਘੰਟੇ ਲੈ ਲਿਆ, ਹੈ ਨਾ।
ਹੁਣ ਅਰਥ ਪੂਰਾ ਇੱਕ ਚੱਕਰ 24 ਘੰਟੇ 'ਚ ਪੂਰਾ ਕਰ ਲੈਂਦੀ ਹੈ, ਯਾਨੀ ਉਹ 360 ਡਿਗਰੀ ਲੂਪ ਦੀ ਪੋਜੀਸ਼ਨ 'ਚ 24 ਘੰਟੇ 'ਚ ਘੁੰਮ ਰਹੀ ਹੈ। ਇਹੀ ਹੋਇਆ। ਆਇਆ ਸਮਝ ਕੇ ਨਹੀਂ ਆਇਆ ਸਮਝ? 24 ਘੰਟੇ ਪੂਰੀ ਲੂਪ ਦੀ ਪੋਜੀਸ਼ਨ ਕੀ ਹੁੰਦੀ ਹੈ? ਇਹ ਇੱਧਰ ਤੋਂ ਇਹ ਇੱਦਾਂ ਘੁੰਮ ਰਹੀ ਹੈ, ਉਹ ਇਹ ਹਿੱਸਾ ਮੰਨ ਲਿਆ ਡੰਡੀ ਇੱਧਰ ਹੋਈ ਹੋਈ ਹੈ, ਆ ਇੱਦਾਂ ਇੱਦਾਂ ਹੌਲੀ ਹੌਲੀ ਘੁੰਮ ਰਹੀ ਹੈ, ਉਹ ਦੁਬਾਰਾ ਉਸੇ ਸੇਮ ਪੋਜੀਸ਼ਨ 'ਤੇ ਆ ਜਾਣਾ, ਦੁਬਾਰਾ ਉਸੇ ਪੋਜੀਸ਼ਨ 'ਤੇ ਆ ਕੇ ਆਹ ਕੰਮ ਕਰਨ ਨੂੰ 24 ਘੰਟੇ ਲੈਂਦੀ ਆ ਉਹ। ਅਰਥ ਨਾ 24 ਘੰਟੇ 'ਚ ਕਿੰਨਾ ਘੁੰਮਦੀ ਹੈ? 360 ਡਿਗਰੀ। ਜੇ ਆਪਾਂ 360 ਨੂੰ 24 ਦੇ ਨਾਲ ਡਿਵਾਈਡ ਕरें ਤਾਂ ਕਿੰਨਾ ਆਏਗਾ? ਕਾਊਂਟ ਤਾਂ ਕਰਦੇ ਹੀ ਹੋ ਸਾਰੇ, ਪਟਵਾਰੀ ਦਾ ਪੇਪਰ ਦੇ ਰਹੇ ਹੋ, ਹਿਸਾਬ ਕਿਤਾਬ ਥੋੜਾ ਜਿਹਾ ਤੇਜ਼ ਕਰੋ ਆਪਣਾ। ਹੈ 15? ਹਾਂ 15। ਯਾਨੀ ਅਰਥ ਦੇ ਯਾਨੀ ਉਹ 1 ਘੰਟੇ 'ਚ ਅਰਥ ਜਿਹੜੀ ਹੈਗੀ ਉਹ 15 ਡਿਗਰੀ ਘੁੰਮਦੀ ਹੈ। 1 ਘੰਟੇ 'ਚ 15 ਡਿਗਰੀ ਘੁੰਮ ਰਹੀ ਹੈ, ਤਾਂ ਹੀ 24 ਘੰਟੇ 'ਚ 360 ਡਿਗਰੀ ਘੁੰਮੇਗੀ। ਸਿੰਪਲ ਮੈਥ ਹੈ। ਜੇ 1 ਘੰਟੇ ਜਿੱਦਾਂ ਆਪਾਂ ਮੈਥ ਕੁਆਂਟ 'ਚ ਨਹੀਂ ਕਰਦੇ ਜਾਂਦੇ ਹੋ ਕਿ ਇੰਨੇ ਕਿਲੋ ਪਿਆਜ਼ ਇੰਨੇ ਦੇ ਹੋਣਗੇ, ਤਾਂ ਇੱਕ ਘੱਟ ਦੀ 1 ਕਿਲੋ ਦੀ ਕੀਮਤ ਦੱਸੋ ਕਿੰਨੇ ਦੀ ਹੋਏਗੀ? ਉਹੀ ਚੀਜ਼ ਤਾਂ ਹੈਗਾ ਹੈ। ਜਿਹੜਾ ਕਿਹੜਾ ਟੌਪਿਕ ਹੁੰਦਾ ਉਹਦੇ 'ਚ ਕੱਢਦੇ ਹੁੰਦੇ ਆਪਾਂ ਸਾਰਾ ਇਹ ਇੱਕ ਫਰੈਕਸ਼ਨ ਦੀ ਸਮੋਲ ਯੂਨਿਟ ਦੀ ਕੀਮਤ ਕੱਢ ਲੈਂਦੇ ਹਾਂ, ਉਹੀ ਤਾਂ ਹੈਗਾ ਇਹ। 24 ਘੰਟੇ ਘੁੰਮ ਰਹੀ ਹੈ ਨਾ। ਜੇ ਆਹ ਚੀਜ਼ ਸਮਝ ਆ ਗਈ, ਯਾਨੀ ਧਰਤੀ ਤੇ ਜਿੱਦਾਂ ਹੀ ਆਪਾਂ 15 ਡਿਗਰੀ ਅੱਗੇ ਪਿੱਛੇ ਜਾਵਾਂਗੇ 1 ਘੰਟੇ ਦਾ ਫਰਕ ਪਏਗਾ ਆਪਾਂ ਨੂੰ ਇਹ ਚੀਜ਼ ਪਤਾ ਹੈ ਕਿ ਟਾਈਮ ਸੇਮ ਨਹੀਂ ਰਹਿੰਦਾ ਸਾਰੀ ਜਗ੍ਹਾ। ਇਹ ਆ ਰਿਹਾ ਸਮਝ? ਅਰਥ ਨੂੰ ਟੋਟਲ 24 ਸਟੈਂਡਰਡ ਟਾਈਮ ਜ਼ੋਨਸ ਦੇ ਵਿੱਚ ਵੰਡਿਆ ਵਾ। ਮੰਨ ਲਓ ਆਹ ਅਰਥ ਹੈ ਆਪਣੀ, ਇੱਥੋਂ ਲੈ ਕੇ ਇੱਥੋਂ ਤੱਕ ਇਹ ਅਰਥ ਹੈ, ਇਹਨੂੰ 24 ਟਾਈਮ ਜ਼ੋਨਸ ਦੇ ਵਿੱਚ ਵੰਡਿਆ ਹੋਇਆ। 24 ਟਾਈਮ ਜ਼ੋਨਸ ਨੇ, ਹੈ ਨਾ? ਆਹੀ ਕੁਛ ਹੋ ਰਿਹਾ, 24 ਤੋਂ ਵੱਧ ਨਹੀਂ ਹੋ ਸਕਦੇ। ਦੁਬਾਰਾ ਫਿਰ ਉਸੇ ਪੋਜੀਸ਼ਨ 'ਚ ਆ ਜਾਵਾਂਗੇ ਆਪਾਂ 24 ਤੋਂ ਬਾਅਦ। ਯਾਨੀ ਇਹ ਜਿਹੜਾ ਇੱਕ ਡਿਸਟੈਂਸ ਹੈ ਇੱਕ ਟਾਈਮ ਜ਼ੋਨ ਦਾ ਹੈ 15 ਡਿਗਰੀ ਦਾ, ਐਦਾਂ ਹੀ ਹੋ ਰਿਹਾ। ਯਾਨੀ ਇਹ ਸਾਰੇ 15 ਡਿਗਰੀ ਦੇ ਮਿਲ ਕੇ 15 ਪਲੱਸ ਕਰੀ ਜਾਓ ਸਾਰੇ, 24 ਵਾਰ ਪਲੱਸ ਕਰਾਂਗੇ ਤਾਂ ਉਹ 360 ਆ ਜਾਏਗਾ। ਆਹੀ ਕੁਛ ਹੋ ਰਿਹਾ ਨਾ ਅਰਥ ਦੇ ਉੱਪਰ, ਹੈ ਨਾ? ਹੁਣ ਇੰਡੀਆ ਦੇ ਵਿੱਚ ਆਲਮੋਸਟ 30 ਲੌਂਗੀਟਿਊਡਸ ਨੇ, ਠੀਕ ਹੈ। ਹੁਣ ਆਪਾਂ ਇਹਨੂੰ ਹੋਰ ਸਿੰਪਲੀਫਾਈ ਕਰ ਸਕਦੇ ਹਾਂ। ਜੇ ਉਹ 1 ਘੰਟੇ 'ਚ 15 ਡਿਗਰੀ ਘੁੰਮ ਰਹੀ ਹੈ ਨਾ, ਤਾਂ 1 ਡਿਗਰੀ ਕਿੰਨੇ ਮਿੰਟ 'ਚ ਘੁੰਮੇਗੀ? 4 ਮਿੰਟ 'ਚ। ਆਹੀ ਕੁਛ ਹੋ ਗਿਆ 4 ਮਿੰਟ 'ਚ, ਹੈ ਨਾ? 1 ਡਿਗਰੀ ਹੋ ਗਿਆ। ਯਾਨੀ ਅਰਥ 'ਚ 1 ਡਿਗਰੀ ਦਾ ਬਹੁਤ ਜ਼ਿਆਦਾ ਡਿਸਟੈਂਸ ਹੁੰਦਾ। ਇਹ ਨਾ ਸੋਚੋ ਕਿ 1 ਡਿਗਰੀ ਜਮਾਂ ਹੀ 1 ਡਿਗਰੀ ਹੁੰਦੀ ਹੈ, ਕਈ ਬੰਦੇ ਇਹਨੂੰ ਇੱਦਾਂ ਲੌਜਿਕ ਲਾ ਲੈਂਦੇ ਨੇ ਨਾ, ਠੀਕ ਹੈ। ਆਇਆ ਸਮਝ? ਯਾਨੀ ਉਹ 1 ਡਿਗਰੀ 4 ਮਿੰਟ 'ਚ ਘੁੰਮਦੀ ਹੈ। ਆ ਹੋ ਗਿਆ ਕਲੀਅਰ ਇੱਥੇ ਤੱਕ? 1 ਡਿਗਰੀ 4 ਮਿੰਟ 'ਚ ਘੁੰਮਦੀ ਹੈ, ਆਹੀ ਹੈ ਨਾ? ਹੁਣ 30 ਲੌਂਗੀਟਿਊਡ ਦਾ ਮਤਲਬ ਕੀ ਹੋਇਆ? 30 ਡਿਗਰੀ ਹੋਇਆ। 30 ਨੂੰ 4 ਨਾਲ ਕਰਾਂਗੇ ਕਿੰਨਾ ਆਏਗਾ? 120 ਦਾ ਮਤਲਬ ਕੀ ਹੈ? 2 ਘੰਟੇ। ਆਹੀ ਕੁਝ ਕਰ ਰਹੇ ਹਾਂ ਆਪਾਂ। ਯਾਨੀ ਇੰਡੀਆ ਦੇ ਇਸ ਟਾਈਮ ਜ਼ੋਨ ਤੇ ਇਸ ਟਾਈਮ ਜ਼ੋਨ ਦੇ ਵਿੱਚ 2 ਘੰਟੇ ਦਾ ਫਰਕ ਹੈ। ਅਰੁਣਾਚਲ ਪ੍ਰਦੇਸ਼ ਤੇ ਗੁਜਰਾਤ ਦੇ ਵਿੱਚ ਯਾਨੀ 2 ਘੰਟੇ ਦਾ ਫਰਕ ਹੈ। ਆਪਾਂ ਨਿਊਜ਼ ਚੈਨਲਸ ਦੇ ਵਿੱਚ ਦੇਖਦੇ ਹਾਂ, ਵੈਦਰ ਫੋਰਕਾਸਟ 'ਚ ਦੇਖਦੇ ਹਾਂ, ਹਰ ਸ਼ਹਿਰ ਦਾ ਸਨਸੈਟ ਦਾ ਤੇ ਸਨਰਾਈਜ਼ ਦਾ ਟਾਈਮ ਅਲੱਗ ਹੁੰਦਾ ਹੈ ਨਾ। ਉਹ ਕਿਉਂ ਅਲੱਗ ਹੁੰਦਾ? ਕਿਉਂਕਿ ਆਪਾਂ ਫਰਕ ਡਿਫਰੈਂਸ ਦੇਖਦੇ ਹਾਂ ਉੱਥੇ। ਆਹੀ ਕੁਛ ਹੈ। ਆਇਆ ਸਮਝ? ਹੈ ਨਾ? ਆਪਾਂ ਫਰਕ ਦੇਖਦੇ ਹਾਂ, ਹੈ ਨਾ? ਆਇਆ ਸਮਝ? ਹੁਣ ਇਸ ਚੀਜ਼ ਨੂੰ ਖਤਮ ਕਰਨ ਲਈ ਹੁਣ ਇੰਡੀਆ ਨੇ ਈਜ਼ਲੀ 2 ਟਾਈਮ ਜ਼ੋਨ ਦੇ ਵਿੱਚ ਜਾ ਸਕਦਾ ਸੀਗਾ ਇੰਡੀਆ, ਬਟ ਉਹਦੇ ਵਾਸਤੇ ਮੈਨੇਜਮੈਂਟ ਬਹੁਤ ਇਫੈਕਟਿਵ ਚਾਹੀਦੀ ਹੈ। ਹੁਣ ਇੰਡੀਆ ਈਜ਼ਲੀ 1 ਟਾਈਮ ਜ਼ੋਨ ਦੇ ਵਿੱਚ ਆ ਸਕਦਾ, ਤਾਂ ਉਹਨਾਂ ਨੇ ਇਸ ਚੀਜ਼ ਨੂੰ ਖਤਮ ਕਰਕੇ ਸਿਰਫ 1 ਟਾਈਮ ਜ਼ੋਨ ਰੱਖਤਾ ਇੰਡੀਆ ਦਾ, IST, ਹੈ ਨਾ? ਜਿਹੜਾ ਉਹਨਾਂ ਨੇ ਇੰਡੀਅਨ ਸਟੈਂਡਰਡ ਟਾਈਮ, ਜਿਹੜਾ ਉਹਨਾਂ ਨੇ ਕਿਹੜੀ ਡਿਗਰੀ ਤੇ ਰੱਖਿਆ? 82.5, ਠੀਕ ਹੈ। यूपी ਦੇ ਵਿੱਚ, ਠੀਕ ਹੈ। ਮਿਰਜ਼ਾਪੁਰ ਨਾਮ ਦੀ ਜਗ੍ਹਾ ਇਲਾਹਾਬਾਦ ਦੇ ਨੇੜੇ, ਇਲਾਹਾਬਾਦ ਲਿਖ ਲਓ। ਸ਼ੰਕਰਗੜ੍ਹ ਕਿਲਾ ਹੁੰਦਾ ਉਹਦੇ ਵਿੱਚ ਨੂੰ ਵੀ ਲੰਘਦਾ ਹੈ, ਠੀਕ ਹੈ। ਇਹ ਸਾਰਾ 82.5 ਤੇ ਆਪਾਂ ਨੇ यूपी ਦੇ ਕੋਲੋਂ 1 ਟਾਈਮ ਜ਼ੋਨ ਲੈ ਲਿਆ। ਮਤਲਬ ਇਹਦੇ ਕਹਿਣ ਦਾ ਮਤਲਬ ਕੀ ਹੈ ਕਿ 82.5 ਡਿਗਰੀ ਤੇ ਜਿੰਨਾ ਟਾਈਮ ਹੋਏਗਾ ਉਹ ਪੂਰਾ ਟਾਈਮ ਆਪਾਂ ਇੰਡੀਆ ਦਾ ਟਾਈਮ ਮੰਨਾਂਗੇ। 1 ਟਾਈਮ ਰੱਖ ਲਿਆ। ਐਕਚੁਅਲ ਦੇ ਵਿੱਚ ਫਰਕ ਹੈ ਟਾਈਮ ਦੇ ਵਿੱਚ। ਯਾਨੀ ਤੁਸੀਂ ਕਹਿ ਸਕਦੇ ਹੋ ਕਿ ਇੰਡੀਆ ਦੀ ਘੜੀ ਇੱਥੋਂ ਚੱਲ ਰਹੀ ਹੈ ਕਿ ਇਹਨਾਂ ਨੇ ਜਿੰਨਾ 82.5 ਜਗ੍ਹਾ ਤੇ ਘੜੀ 'ਚ ਟਾਈਮ ਹੋਏਗਾ
उन्ना है पूरे इंडिया च मान लोगे। ऐदा ही है, पता लग गया सारा। IST इंडियन स्टैंडर्ड टाइम है ना, ऐदा ही। ये तो इंडिया की गल होगी। दुनिया दे विच इन्हां ने दुनिया की घड़ी का जिहड़ा टाइम रखा ग्रीन विच मीन टाइम GMT, ग्रीन विच मीन टाइम। ये ग्रीन विच कस्बा रॉयल ऑबजरवेटरी ऑफ इंग्लैंड लंडन के बिल्कुल नज़दीक नूं गुजर रहा। 1884 च ये GMT नूं ऑफिशियल टाइम लै लिया सीगा। ग्रीन विच एक कस्बा है जिहदे चों आपां जदों भी देखते हैं, आपां किते टाइम सैट करते हैं तो 5.5 घंटे प्लस आंदा लिखा हुआ। वो जिहड़ा 5.5 घंटे प्लस है वो इस GMT तो है। ग्रीन विच कस्बे दे विचों एक उरे लाइन जा रही है 0 डिग्री ते, प्राइम मेरिडियन लाइन है, ठीक है, प्राइम मेरिडियन लाइन है, ठीक है। GMT ग्रीन विच कस्बे दे विच नूं लंघ रही है, उत्थे ग्रीन विच मीन टाइम, यानी जिन्ना इत्थे टाइम होएगा उन्ना पूरी दुनिया दे नाल कैलकुलेट कर लिया। हुण इंडिया का अलग देख लिया, दुनिया का अलग देख लिया। इस तो अलावा भी टाइम प्रिडिक्ट करने दे होर तरीके ने, यूनीवर्सल टाइम कोऑर्डिनेट्स ने, होर भी चीज़ां हैगियां ने, बट ये ऑफिशियल है। इत्थे दुनिया का क्लॉक इत्थों कंट्री आपस चों करते हैं सारा, ठीक है। वाशिंगटन च एक कॉन्फ्रेंस च इन्हूं सिलेक्ट किया 1884 च प्राइम मेरिडियन नूं, ठीक है। 5.5 घंटे इत्थों प्लस है अपना टाइम। आ ग्रीन विच कस्बे तो इंडिया इधर है, इत्थे इंडिया, इत्थे उन्होंने की करदा, यानी इस टाइम दे विच इस जगह तो इस जगह 5.5 घंटे का फर्क है, समझे। 5.5 घंटे का फर्क कर लिया है ना। दुनिया की ऑफिशियल क्लॉक तो इंडिया की ऑफिशियल क्लॉक का 5.5 घंटे का फर्क है। आए समझ, ठीक है। एक क्वेश्चन लिखो हम, क्वेश्चन लिखो, ठीक है। ए सिटी नेम्ड अहमदाबाद, ए सिटी नेम्ड अहमदाबाद situated, a city named Ahmedabad situated at 72.5 degrees, 72.5 डिग्रीज, ठीक है। what will be the time at Ahmedabad, ठीक है। if the clock of India shows the time 8 AM, the clock of India shows the time 8 AM, ऑप्शंस हैं 8 AM, लिख लो ऑप्शन, लिख लो 8 AM, 8:40, ठीक है, 7:40 या नन ऑफ दीज। देखते हैं, क्या आंसर है? देखते हैं, हाँ जी, नहीं पता लग गया, जी हाँ जी भाई जी, 7:40, हाँ जी। किमें आया 7:40? चलो आप मान लें कि जो 7:40 आंसर है, किमें आया? ओके, 82.5 डिग्री तो
इंडिया 5.5 घंटे अगे 82.5 तो 82.5 तो डिग्री हो इंडिया की। हाँ तो उत्तों 5.5 घंटे अगे किमें हो सकता, पिछे। हाँ हाँ ठीक है, कैलकुलेट तो किया तो सही भी किया, बट इन्ना कॉम्पलीकेट करने की लड़ ही नहीं हैगी आपको, सीधा तो यह मुरे पे आंसर। आंसर ठीक है 740, बट आंसर आया कि 840 किमें आ गया फिर? 840 740 भी लिखाया ऑप्शन च, मैं 840 भी लिखाया, दोनों लिखाए ने। यार देखो सीधी जी गल है, मैं थोड़ा दसिया कि 1 डिग्री 4 ਉਹਦੇ बराबर है, ठीक है, 1 डिग्री 4 मिनट के बराबर है, ठीक है। जो 10 डिग्री ਨੂੰ ਆਪਾਂ 4 ਦੇ ਨਾਲ ਮਲਟੀਪਲਾਈ ਕਰਾਂਗੇ ਤਾਂ ਕਿੰਨਾ ਆਏਗਾ 40। ਤਾਂ ਮੈਂ ਤੁਹਾਨੂੰ ਕਿਹਾ ਕਿ ਇੰਡੀਆ ਦੇ ਵਿੱਚ 8, ਇੰਡੀਆ ਦੀ ਘੜੀ 8 ਵਜਾ ਰਹੀ ਹੈ, ਠੀਕ ਹੈ। ਤਾਂ ਇਹ ਡਿਗਰੀ ਹੈ, ਮੰਨ ਲਓ ਉਰੇ ਉਰੇ 82.5 डिग्री है, ठीक है। उरे उस तो थोड़ा जिहा पिछे कोई भी आप कर सकते हैं, किते भी ला लो, उरे ला लो 10 डिग्री पिछे, किते भी कुछ भी कर लो, 72.5 डिग्री है ना। गुजरात च किते मर्जी हो, आपको उस चीज़ नाल मतलब नहीं है, आपको तो कोई है ही नहीं भी कितना फर्क होगा नहीं। मैं तो थोड़ा डिग्रीज दी हैं, जस्ट एक एग्जाम्पल, थोड़ा कन्फ्यूज करता थोड़ा जिहा। 82 चो 72 कटावांगे तो कितना आ जाएगा 10, 10 ਨੂੰ 4 ਨਾਲ करांगे यानी 40 मिनट पिछे आओ। जो उत्थे 8 बज रहे हैं तो 7 कितना हो गया 7B, ऑप्शन च की 740 लिखाया सीगा मैं, 7B आंसर है ਇਹਦਾ। ਜਦੋਂ कैलकुलेट करोगे, मैं थोड़ा अंदाजा ला लिया कि थोड़ा 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 समझ आ रहा है, दैट्स वाई मैं ज़्यादा टोकिया नहीं है। 40 मिनट घटावांगे आपको, ठीक है, आप 740 आंसर नहीं है, 7B आंसर होना चाहिए, 20 मिनट तो घट ही नहीं सकते, समझ रहे हो ना। मैं डीमोटिवेट नहीं किया कि हाँ, बट थोड़ा इदा समझ आ गया हूँ कि वो आप कितना घटावांगे 40 मिनट घटावांगे तो 7B आंसर है वो, ठीक है। आया समझ? मैं गलती ना 740 लिखाता, 7B विच एक ऑप्शन च देना सीगा मैं, ठीक है। आ गया समझ? ये 840 740 इदा के कई ऑप्शन होंगे चारां दे विच। आया समझ? 7B आंसर है वह। 40 मिनट घट कर देंगे आप, जो यही 92.5 होंगे 40 मिनट बच जाते, फिर 840 आ जाता। आ गया समझ? क्योंकि आपको पता कि 1 डिग्री 4 वो बराबर है, 4 मिनट के बराबर है। आया समझ? है ना। ये GMT तो कैलकुलेट करने की लड़ ही नहीं, आपको की लेना देना उस तो, आप तो इंडिया। हाँ जो मैं थोड़ा 72.5 डिग्री ना लिखांदा तो कहता कि इंडिया का एक शहर है, तो इंडिया के 8 बज रहे हैं, तो दसो, क्योंकि हुण इंडिया का एक टाइम मन्निया होया, तो आंसर 8 होना सीगा। इस अक्सर लोग 8 के सेम टाइम से कन्फ्यूज होने कि इंडिया तो एक टाइम है तो 8 लावांगे आंसर। बट जे मैं पर्टिकुलर डिग्री, जे एग्जामिनर पर्टिकुलर डिग्री दे रहा, इट मीन वो चाहता है कि थोड़ा 1 डिग्री इक्वल टू 4 मिनट का कंसैप्ट पता होना चाहिए, समझ रहे हो ना। एक्चुअल के 1 डिग्री इक्वल टू 4 मिनट होंगे, समझ रहे हो। डन? आया समझ? हुण एक होर क्वेश्चन लिखो। ए न्यूज़ रिपोर्टर, ए न्यूज़ रिपोर्टर रीड न्यूज़ फ्रॉम लंडन at 12 PM, ठीक है। when will this news be heard, when will this news be heard at 40 degree east, when will this news be heard at 40 degree east? कोई ऑप्शन नहीं है, अपने आप आंसर कढ़ो, नो ऑप्शंस। 40 डिग्री ईस्ट, 40 डिग्री ईस्ट के किन्ने बजे होएगा, किन्ने बजे सुनी जाएगी खबर हो? देखते हैं।
ਕਿੰਨਾ ਆਨਸਰ ਹੈ? ਕਿਵੇਂ ਆਇਆ 240? ਐਡ ਕਿਵੇਂ ਕਰ ਲਿਆ ਦੂਜੇ ਪਾਸੇ? ਤਾਂ ਐਡ ਤਾਂ ਹੁੰਦਾ, ਤੁਸੀਂ ਕਿਹੜੀ ਚੀਜ਼ ਤੋਂ ਐਡ ਕੀਤਾ? ਹਾਂ, ਪਰ ਦੂਜੇ ਪਾਸੇ ਕਿਹੜੀ ਚੀਜ਼ ਤੋਂ ਐਡ ਕਰ ਲਿਆ ਤੁਸੀਂ? ਇੱਦਾਂ ਕਿੱਦਾਂ ਐਡ ਹੋ ਜਾਏਗਾ? ਐਡ ਪਤਾ ਕਿਉਂ ਹੋਇਆ? ਕਿਉਂਕਿ ਦੂਜੇ ਪਾਸੇ ਆਪਾਂ ਨੂੰ ਪਤਾ ਹੈ ਕਿ ਜਿਹੜਾ ਗ੍ਰੀਨ ਵਿੱਚ ਹੈ ਇਹ ਲੰਡਨ, ਇਹ 0 ਡਿਗਰੀ ਤੇ ਹੈ, ਸਮਝ ਰਹੇ ਹੋ? ਇਹ 0 ਡਿਗਰੀ ਤੇ ਹੈ, ਦੈਟਸ ਵਾਈ ਇੱਧਰ ਨੂੰ ਗਿਆ, ਉਹ ਕਹਿੰਦਾ ਕਿ 40 ਡਿਗਰੀ ਤੇ ਆ ਕਿੰਨੇ ਵਜੇ ਖਬਰ ਸੁਣੇਗੀ, ਉਹਨੇ ਜਿਹੜੀ ਖਬਰ ਪੜ੍ਹੀ ਉਹ 0 ਡਿਗਰੀ ਤੋਂ ਪੜ੍ਹੀ, ਲੰਡਨ ਤੋਂ। ਇਹ 40 ਦੈਟਸ ਵਾਈ ਐਡ ਹੋਏਗਾ, ਯਾਨੀ 2 ਘੰਟਾ 40 ਮਿੰਟ ਆਹੀ ਹੋਇਆ। ਤਾਂ ਜੇ 12 ਵਜੇ ਖਬਰ ਪੜ੍ਹ ਰਿਹਾ ਤਾਂ 2:40 ਤੇ, ਜੇ ਉਹ ਕਹਿ ਦਿੰਦਾ 40 ਡਿਗਰੀ ਵੈਸਟ, ਫਿਰ ਉਹਨੂੰ ਘਟਾ ਲੈਂਦੇ ਤੁਸੀਂ। ਮਤਲਬ ਇਹਦੇ 'ਚ ਉਹਨੇ GMT ਵਾਲੇ ਐਗਜ਼ਾਮੀਨਰ ਨੇ ਤੁਹਾਨੂੰ GMT ਵਾਲੇ ਕੰਸੈਪਟ 'ਚੋਂ ਕੀਤਾ। ਇਹ ਛੋਟੀ ਛੋਟੀ ਜਿਹੀ ਬੇਸਿਕ ਜਿਹੀ ਚੀਜ਼ਾਂ ਜਿਹਦੇ ਨਾਲ ਤੁਹਾਡਾ ਟੌਪਿਕ ਥੋੜਾ ਕਲੀਅਰ ਹੋ ਜਾਏਗਾ। ਆਇਆ ਸਮਝ? ਆਇਆ ਸਮਝ ਕੰਸੈਪਟ? ਕਿ ਟਾਈਮ ਜ਼ੋਨ ਜਿਹੜੇ ਆਪਾਂ ਲਾਈਵ ਮੈਚ ਦੇਖਦੇ ਹਾਂ ਕਿਵੇਂ ਦੇਖਦੇ ਹਾਂ, ਇਹੀ ਤਾਂ ਕੁਛ ਹੈਗਾ। ਮੈਚ ਤਾਂ ਹੁਣ ਨਿਊਜ਼ੀਲੈਂਡ ਨਾਲ ਮੈਚ ਚੱਲ ਰਹੇ ਆ, ਉੱਥੇ ਤਾਂ ਕਿਸੇ ਹੋਰ ਟਾਈਮ ਹੁੰਦੇ ਨੇ, ਉਹ ਨਿਊਜ਼ੀਲੈਂਡ ਤੇ ਇੰਡੀਆ ਦੇ ਟਾਈਮ 'ਚ ਫਰਕ ਹੈ, ਠੀਕ ਹੈ? ਜ਼ਿਆਦਾ ਫਰਕ ਨਹੀਂ ਹੈਗਾ, ਫਰਕ ਹੈਗਾ 6 ਘੰਟੇ ਦਾ ਫਰਕ ਹੈ, ਠੀਕ ਹੈ? ਆਪਣੇ ਉਰੇ ਕਿਸੇ ਹੋਰ ਟਾਈਮ ਮੈਚ ਆਉਂਦੇ ਨੇ, ਉਹ ਵੈਸਟ ਇੰਡੀਜ਼ 'ਚ ਹੁੰਦੇ ਨੇ, ਉਹ ਬਿਲਕੁਲ ਦੂਜੇ ਪਾਸੇ ਇੰਡੀਆ ਦੇ, ਕੈਰੇਬੀਅਨ ਇੱਧਰਲੇ ਪਾਸੇ ਆ ਗਿਆ, ਅਮਰੀਕਾ ਦੇ ਨੇੜੇ, ਤੜਕੇ ਨੂੰ ਮੈਚ ਆਉਂਦੇ ਨੇ ਆਪਣੇ, ਠੀਕ ਹੈ ਨਾ? ਬਿਲਕੁਲ 10 ਘੰਟੇ ਦਾ ਫਰਕ ਹੈ, 10 ਸਾਢੇ 10 ਘੰਟੇ ਦਾ ਫਰਕ ਹੈ, 9 ਘੰਟੇ ਦਾ ਫਰਕ ਹੈ, ਸਮਝ ਰਹੇ ਹੋ? ਉੱਥੇ ਤਾਂ ਮੈਚ ਲਾਈਵ ਚੱਲ ਰਹੇ ਹੁੰਦੇ, ਆਪਣੇ ਉਰੇ ਕਿਸੇ ਹੋਰ ਟਾਈਮ ਆਉਂਦੇ ਨੇ। ਉਹ ਇਹੀ ਤਾਂ ਕੰਸੈਪਟ ਹੈ ਟਾਈਮ ਦਾ, ਕਿਉਂਕਿ ਟਾਈਮ ਯੂਨੀਫਾਰਮ ਨਹੀਂ ਹੈਗਾ, ਅਲੱਗ-ਅਲੱਗ ਜਗ੍ਹਾ ਅਲੱਗ-ਅਲੱਗ ਟਾਈਮ ਹੈ। ਉਹ ਜਿਹੜਾ ਤੁਹਾਨੂੰ ਕੰਸੈਪਟ ਦੱਸਿਆ ਸੀਗਾ ਕਿ ਅਰਥ ਦੀ ਰੋਟੇਸ਼ਨ ਦੇ ਹਿਸਾਬ ਨਾਲ ਜਿਹੜੀ ਚੀਜ਼ ਸਨ ਦੇ ਮੂਹਰੇ ਪਹਿਲਾਂ ਆ ਰਹੀ ਹੈ, ਉੱਥੇ ਦਿਨ ਪਹਿਲਾਂ ਚੜ੍ਹ ਰਿਹਾ, ਉੱਥੇ ਉਹ ਟਾਈਮ ਅੱਗੇ ਰਹੇਗਾ। ਜਾਪਾਨ ਈਸਟ ਦੇ ਵਿੱਚ ਹੈ ਬਿਲਕੁਲ, ਵਾਈ ਜਾਪਾਨ ਇਜ਼ ਕਾਲਡ ਲੈਂਡ ਆਫ ਰਾਈਜ਼ਿੰਗ ਸਨ, ਉੱਥੇ ਸਨ ਪਹਿਲਾਂ ਚੜ੍ਹੇਗਾ, ਸਨ ਪਹਿਲਾਂ ਦਿਖੇਗਾ। ਜਿਹੜੇ ਟਾਈਮ ਜਿੰਨਾ ਈਸਟ ਵੱਲ ਨੂੰ ਹੋਣਗੇ ਉੱਥੇ ਟਾਈਮ ਉਹਨਾਂ ਪਲੱਸ 'ਚ ਰਹੇਗਾ। ਤਾਂ ਹੀ ਇੰਡੀਆ ਦਾ ਇਹ ਵਾਲੀ ਜਗ੍ਹਾ ਅਰੁਣਾਚਲ ਪ੍ਰਦੇਸ਼ 'ਚ ਪਹਿਲਾਂ ਚੜ੍ਹਦਾ ਗੁਜਰਾਤ ਦੇ ਮੁਕਾਬਲੇ, ਸਮਝ ਰਹੇ ਹੋ ਨਾ? ਆਹੀ ਸਿੰਪਲ ਕੰਸੈਪਟ ਤਾਂ ਹੈ, ਆਇਆ ਸਮਝ? ਡਨ ਹੈ ਨਾ? ਹੈ ਨਾ? ਨਿਊਜ਼ੀਲੈਂਡ ਤੇ ਆਸਟ੍ਰੇਲੀਆ 'ਚ ਆਪਣੇ ਤੋਂ 6 ਘੰਟੇ ਪਹਿਲਾਂ ਨਿਊ ਈਅਰ ਮਨਾ ਲੈਂਦੇ ਨੇ, ਖਬਰਾਂ ਵਾਲੇ ਦਿਖਾਉਣ ਲੱਗ ਜਾਂਦੇ ਨਾ ਕਿ ਨਵਾਂ ਸਾਲ ਚੜ੍ਹ ਗਿਆ, ਤਾਂ ਹੀ ਕਿਉਂਕਿ ਆਪਣੇ ਤੋਂ ਅੱਗੇ ਈਸਟ ਵੱਲ ਨੇ ਉਹ, ਹੈ ਨਾ? ਇੱਕ ਹੋਰ ਕੁਐਸਚਨ ਲਿਖੋ, ਹੈ ਨਾ? ਉਹ ਇੱਥੇ ਰੇਜ਼ ਜਿਹੜੀਆਂ ਹੈਗੀਆਂ ਨੇ ਉਹ ਸਲਾਂਟ ਕਰਦੀਆਂ ਨੇ, ਇੱਥੇ ਰੇਜ਼ ਸਲਾਂਟ ਕਰਨਗੀਆਂ ਇੱਕ ਚੀਜ਼ ਤੇ ਰੇਜ਼, ਇੱਥੇ ਸਨ ਹੈ ਨਾ? ਇੱਕ ਤਾਂ ਇੱਥੇ ਹੈ ਚੀਜ਼, ਇੱਕ ਇੱਥੇ ਹੈ, ਆ ਬਿਲਕੁਲ ਉਰੇ ਆ ਗਿਆ ਨਾ ਸਿੱਧਾ, ਇੱਥੇ ਜਲਦੀ ਪਹੁੰਚਣਗੀਆਂ ਰੇਜ਼, ਇੱਥੇ ਸਲਾਂਟ ਕਰਦੀ ਜਾਂਦੀਆਂ ਨੇ, ਇੱਥੇ ਆ ਕੇ ਬਿਲਕੁਲ ਪੋਲਸ ਜਮੇ ਹੋਏ ਨੇ, ਬਿਲਕੁਲ ਹੀ ਉਹ ਹੋ ਜਾਂਦੀਆਂ ਨੇ ਖਤਮ, ਦੈਟਸ ਵਾਈ ਤਾਂ ਜਮੇ ਹੋਏ ਨੇ, ਪਹੁੰਚਦੀਆਂ ਹੀ ਨਹੀਂ ਉੱਥੇ। ਜਿਹੜਾ ਦੁਨੀਆ ਦਾ ਇਹ ਹਿੱਸਾ ਹੈ ਟ੍ਰੋਪੀਕਲ ਜ਼ੋਨ ਹੈ, ਜਿਹੜਾ ਟ੍ਰੋਪਿਕ ਆਫ ਕੈਂਸਰ ਤੇ ਟ੍ਰੋਪਿਕ ਆਫ ਕੈਪਰੀਕੋਰਨ ਦੇ ਵਿੱਚ, ਹੈ ਨਾ? ਇੱਥੇ ਸਨ ਇੱਕ ਵਾਰ ਸਾਲ 'ਚ ਤੁਹਾਡੇ ਸਿਰ ਦੇ ਉੱਪਰ ਪੱਕਾ ਖੜਾ ਹੋਏਗਾ, ਇੱਕ ਵਾਰ ਤੁਹਾਡੇ ਵਰਟੀਕਲ ਤੁਹਾਡੇ ਸਿਰ ਦੇ ਉੱਪਰ ਆਏਗਾ। ਤੇ ਗਰਮ ਏਰੀਆਜ਼ ਨੇ ਟ੍ਰੋਪਿਕ ਆਫ ਕੈਂਸਰ ਤੇ ਟ੍ਰੋਪਿਕ ਆਫ ਕੈਪਰੀਕੋਰਨ ਦੇ ਬਿਲਕੁਲ ਵਿੱਚ ਵਾਲੇ ਏਰੀਆ, ਹੈ ਨਾ? ਇਹਨੂੰ ਹਿੰਦੀ 'ਚ ਆਪਾਂ ਕੀ ਕਹਿੰਦੇ, ਹਿੰਦੀ ਪੰਜਾਬੀ 'ਚ ਕਰਕ ਰੇਖਾ ਤੇ ਮੱਕਰ ਰੇਖਾ ਦੇ ਵਿੱਚ ਵਾਲੇ ਏਰੀਆ ਜਿਹੜੇ ਹੈਗੇ ਨੇ। ਬਟ ਜਿਹੜਾ ਨਾਰਥ ਇੰਡੀਆ ਹੈ, ਠੀਕ ਹੈ, ਉਹ ਦੇਖੋ ਟ੍ਰੋਪਿਕ ਆਫ ਕੈਂਸਰ, ਇੰਡੀਆ ਦਾ ਥੋੜਾ ਜਿਹਾ ਜਿਹੜਾ ਹਿੱਸਾ ਹੈ, ਆ ਇੰਡੀਆ ਦਾ ਜਿਹੜਾ ਹਿੱਸਾ ਹੈ ਆਲਮੋਸਟ ਮਿਡਲ 'ਚ ਜਾ ਰਿਹਾ। ਆਪਣਾ ਜਿਹੜਾ ਨਾਰਥ ਇੰਡੀਆ ਇਹ ਟ੍ਰੋਪਿਕ ਆਫ ਕੈਂਸਰ ਤੋਂ ਬਾਹਰ ਹੋ ਰਿਹਾ, ਥੋੜਾ ਜਿਹਾ ਦਿਖ ਰਿਹਾ। ਇਹ ਟ੍ਰੋਪਿਕ ਆਫ ਕੈਂਸਰ ਦੇ ਵਿੱਚ ਨਹੀਂ ਆਪਾਂ ਐਗਜ਼ੈਕਟਲੀ ਫਾਲ ਕਰਦੇ, ਥੋੜਾ ਜਿਹਾ ਬਾਹਰ ਹੈ। ਇਸ ਕਰਕੇ ਆਪਣੇ ਉਰੇ ਸੂਰਜ ਜਿਹੜਾ ਹੈਗਾ ਵਰਟੀਕਲੀ ਸਿਰ ਦੇ ਉੱਪਰ ਨਹੀਂ ਆਉਂਦਾ ਸਾਲ 'ਚ ਇੱਕ ਵਾਰ ਵੀ, ਸਮਝ ਰਹੇ? ਬਾਕੀ ਇੰਡੀਆ ਦੇ ਇਹ ਵਾਲੇ ਹਿੱਸੇ 'ਚ ਆਉਂਦਾ, ਥੱਲੇ ਵਾਲੇ ਹਿੱਸੇ 'ਚ। ਤਾਂ ਹੀ ਇਹਨਾਂ ਹਿੱਸਿਆਂ ਦੇ ਵਿੱਚ ਜਿਹੜਾ ਮੌਸਮ ਹੈ ਉਹ ਚੇਂਜ ਰਹਿੰਦਾ ਹੈ। ਗੋਆ 'ਚ ਤੁਸੀਂ ਚਲੇ ਜਾਓ ਦਸੰਬਰ ਦੇ ਮਹੀਨੇ 'ਚ, ਗੋਆ 'ਚ ਉਹਦਾ ਨੋਰਮਲੀ 28 ਤੇ 30 ਡਿਗਰੀ ਟੈਂਪਰੇਚਰ ਰਹਿਣਾ ਹੈ, ਆਪਣੇ ਉਰੇ 8 ਡਿਗਰੀ ਤੇ 7 ਡਿਗਰੀ ਤੇ ਹੁੰਦਾ। ਉੱਥੇ ਲੋਕਾਂ ਨੇ ਕਦੇ ਜੈਕਟਸ ਸਵੈਟਰ ਦੇਖੇ ਹੀ ਨਹੀਂ, ਹੁੰਦੇ ਹੀ ਨਹੀਂ ਲੋਕਾਂ ਕੋਲ ਸਵੈਟਰ ਤੇ ਜੈਕਟਸ, ਦੁਕਾਨਾਂ 'ਤੇ ਨਹੀਂ ਤੁਹਾਨੂੰ ਕਦੇ ਮਿਲਣਗੇ, ਕਿਉਂਕਿ ਉਹ ਚੀਜ਼ ਵਿਕਦੀ ਨਹੀਂ ਉੱਥੇ। ਜਿਹੜੀ ਚੀਜ਼ ਵਿਕਦੀ ਨਹੀਂ ਤਾਂ ਉਹਦੀ ਕੋਈ ਹੈ ਹੀ ਨਹੀਂ, ਉਹ ਸਮਝ ਰਹੇ ਨਾ? ਹੈ ਸਮਝ? ਆਪਣੇ ਇੱਧਰ ਨੇ, ਆਪਣੇ ਇੱਧਰ
11-12 ਤਰੀਕ ਨੂੰ ਜਿਹੜੀ ਸੀਗੀ ਦਸੰਬਰ ਦੀ, ਜਦੋਂ ਸਭ ਤੋਂ ਜ਼ਿਆਦਾ ਠੰਡ ਪਈ ਹੈ, ਬਾਰਿਸ਼ ਹੋਈ ਹੈ 3-4 ਦਿਨ, ਗੋਆ 'ਚ 31-32 ਡਿਗਰੀ ਟੈਂਪਰੇਚਰ ਸੀਗਾ, ਉਹਦਾ ਬਿਲਕੁਲ ਆਪੋਜ਼ਿਟ। ਸੀ ਆ ਉੱਥੇ, ਸੀ ਕਰਕੇ ਮੌਸਮ ਦਾ ਫਰਕ ਹੈ ਬਹੁਤ ਜ਼ਿਆਦਾ। ਸਾਰੇ ਜੋਗ੍ਰਾਫिकल टॉपिक्स में, ठीक है, आया समझ। क्वेश्चन लिखो, ए पर्सन नेम्ड एक्स, ए पर्सन नेम्ड एक्स गोइंग टुवर्ड्स, पर्सन नेम्ड एक्स गोइंग टुवर्ड्स, ए पर्सन नेम्ड एक्स गोइंग टुवर्ड्स ईस्ट फ्रॉम प्राइम मेरिडियन, फ्रॉम प्राइम मेरिडियन, ठीक है। ही विल, ही विल, ही विल, ऑप्शंस लिखो, लूज टाइम, गेन टाइम, या नन ऑफ दीज। तीन ऑप्शंस ने थोड़े, देखते हैं, सोचो थोड़ा जिहा दिमाग लाओ। बाकी साथी कितने गए अज? शिवरात्रि मनाने गए हैं, मौसम मना रहे हैं, मौसम ठीक है। किसी दिन 4 बैठे होंगे, किसी दिन 12 होंगे ने, किसी दिन 7 होंगे ने। तो पहले दिन क्या सीगा, इदा पेपर नहीं लंघते है, ठीक है। चलो, की आंसर है? हाँ जी, बोलो, कोई नहीं। लूज किता है? हाँ, तो फिर वो लूज से गेन किदा होएगा, ये तो समझाओ। हाँ सही है, हाँ, मतलब उल्ट से सीधा कुछ नहीं होता, मतलब ईस्ट वालों जा रहे हैं आप। हाँ हाँ हाँ, किदा होया? मैं लूज हो गई तो पूछ रहा, टाइम बद रहा था, वो लूज किदा हो गया? हाँ, सुनो, आंसर है लूज टाइम, गेन नहीं हैगा। लूज टाइम किदा है कि एक बंदे ने 12 बजे फ्लाइट लीती GMT तो प्राइम मेरिडियन तो, है ना, मान लो 3 घंटे की फ्लाइट सीगी, उन्हें अगे जाना सीगा, किते जाना सीगा, 3 घंटे की फ्लाइट सीगी, वो 12 बजे फ्लाइट 'च बैठा, 12 बजे के हिसाब नाल अगे जाना चाहिए उन्होंने, ठीक है। वो जिस टाइम उत्थे उतरिया उस जगह पर, वो एक टाइम जोन चेंज कर गया। मान लिया उन्हें अगे दो टाइम जोन टप गया, वो 60 डिग्री से चले गया, वो ज़्यादा लंबी फ्लाइट सी। फॉर एग्जाम्पल मैं थोनों 3 घंटे का दे रहा, ठीक है, 3 घंटे सी हुण, वो फ्लाइट के हिसाब नाल तो 3 घंटे की फ्लाइट सी, तो उन्हें पहुँचना चाहिए सीगा 1 2 3 बजे, बट जदों उस टाइम जोन के पहुँचा तो उत्थे बजे हुए थे शाम के 6, क्योंकि जिस जगह पर वो गया उत्थे तो 12-3 घंटे पहले ही बजले। आया समझ? जिहड़ा तुहानूं कंसैप्ट दस्सिया सीगा कि द बॉल घूम रही है, जिहड़ी पहलां उहदे मुरे आएगी, उत्थे तो 12-3 घंटे पहले ही बजले। आया समझ कि नहीं आया? नहीं आया, आ गया? नहीं आया, दसो। जिहड़ी जगह ते एक बॉल है, इत्थे मैं टॉर्च मार रहा, जिहड़ी चीज़ से रोशनी पहलां पेगी उत्थे दिन पहलां चढ़ेगा ना, हले पिछे वाली जिहड़ी चीज़ है उसने तो मुरे आना है, हले उत्थे 12 पहले ही बजले, वो तो 12 बजे अपने टाइम के हिसाब नाल फ्लाइट पर बैठा, जिथे उन्होंने उतरना सीगा उत्थे तो 12-3 घंटे पहले ही बज चुके हैं, 4 घंटे पहले ही बज चुके हैं, वो जाएगा उत्थे तो शाम के 6-7 बजे होणगे। तो जिहड़ा वो विचला टाइम है वो उन्हें गेन किया कि लूज किया? उस दिन का वो थोड़ा दोबारे थोड़ी मिलेंगे 3 घंटे। जे उही वो वैसट च जाएगा तो वो अपना लंच करके तुरया सीगा, उत्थे वापस जाएगा 5-7 घंटे, सवेर के 3-4 बजे होणगे, उत्थे लोग हले सो के नहीं उठे, वो दोबारा फिर वो टाइम गेन कर लेगा वैसट वाले पासे नूं। समझ रहे हो मैं की कहना चाह रहा? ये इंटरनेशनल डेट लाइन के हिसाब नाल होर क्लीयर कर दूंगा मैं थोड़ा जिहा अगे जाके। ये आया समझ तुहानूं की होया? इहनूं देसी शब्दां 'च आपां कहने जैट लैग। लोग जो डिफरेंट टाइम जोन 'च ट्रैवल करते ना, जैट लैग हो जाता है, मतलब थोड़ा माइंड
हैबिचुअल है इस टाइम जोन च रहन का। लोग बिना क्लॉक तो उठ जाते हैं क्योंकि ना दिमाग में अंदाजा हो जाता है कि सुते पे 10-11 घंटे हो गए, 8 घंटे हो गए, 7 घंटे हो गए, अपने आप अख खुल जाती है, रूटीन बन जाता है दिमाग का, रोज़ उस टाइम उठने का, उस टाइम उठ जाते हैं। पुराने जोड़े अपने बजुर्ग होंगे थे सवेरे 3-4 बजे बिना घड़ी तो उठ जाते थे क्योंकि हैबिचुअल हो गया दिमाग। हुण किते तुसीं अमेरिका गए हो 10.5 घंटे पीछे है, हुण इंडिया के हिसाब नाल तां तुहानूं नींद आ रही है, बट उत्थे इंडिया के हिसाब नाल तां बजे होने चाहिए रात के 10, बट उत्थे बजे हुए हैं दोपहर के 11। ऑफिस च बैठे तुसीं किते बट तुहानूं नींद आ रही है, थोड़ी परेशानी होएगी, 2-4 दिन परेशानी होंदी है, थोड़ी जी कुछ घंटे परेशानी होंदी है। तुहानूं भुख लग गई बट उत्थे बजे हुए तड़के के 2, थोड़ा बहुता बंदे नूं हो जाता है, मतलब ब्रेन थोड़ा जिहा एडजस्ट करने टाइम लाता 1-2 दिन। जट लैग कह दें इनू, यही वैसट पासे ਨੂੰ ਹੁੰਦਾ। ठीक है, इनू देखो जो सारा किया 1-2 मिनट कुछ ना समझे फिर आप अगे चलते हैं। इस तो बाद आप करांगे आइडियल इंटरनेशनल डेट लाइन। इंडिया च सब तो पहला तो सब तो बाद जाने वाली कम्यूनिटी किहड़ी सीगी? कोई यह जी कम्यूनिटी जिहड़ी इंडिया च सब तो पहला आई सी तो सब तो बाद गई? पोर्टुगीज पुर्तगाली जिन्होंने आप कहने सब तो पहला आए तो सब तो बाद गए। गोवा तो मैंने याद है क्योंकि गोवा उन्होंने अंडर सीगा। कुछ एरियाज है गोवा के जिथे हले भी पोर्टुगीज बोली जाती है, थोड़ी बहुत चर्च ने उन्होंने नाम से कुछ, खास करके साउथ गोवा के 2 हिस्सों च वंडिया होया ना गोवा, एक साउथ गोवा एक नॉर्थ गोवा। ब्रिज आता जोड़ा बिच नूं मांडवी रिवर जिहदे उपर गोवा सिचुएटेड है, लिख लियो मांडवी रिवर इंपॉर्टेंट है। मांडवी रिवर जिहड़ी बिल्कुल वो बिच नूं लंघ रही है, नॉर्थ गोवा तो साउथ गोवा दोवें पासे वंडदी है। जिन्ने भी लोग घूमण जाते हैं सारे नॉर्थ गोवा च जाते हैं, जिन्ने भी फेमस बीचीज़ वगैरह सारे नॉर्थ गोवा च ने। साउथ गोवा च सिर्फ 1-2 बीच है, चर्चिज़ वगैरह ने, शांत जगह बिल्कुल ही शांत पीसफुल। बहुत खूबसूरत जगह इंडिया च घूमण लई, अंडेमान निकोबार पोर्ट ब्लेयर वगैरह सारी जगह बहुत खूबसूरत जगह घूमण लई। गोवा तो कुछ भी बीच नहीं है जोड़े अंडेमान निकोबार, इधर बीचीज़ ने, लक्षद्वीप हो गया, इधर बहुत वधिया बीचीज़ ने, पौंडेचेरी के कोल इत्थे इधर वधिया बीचीज़ ने बहुत। अंडेमान निकोबार के बीचीज़ बहुत खूबसूरत ने, नैचुरल ब्यूटी लिए नॉर्थ ईस्ट इंडिया बहुत वधिया। फॉरनर घूमते होंगे ना, एक ट्रैवल गाइड होंगे उन्होंने को, बस ट्रैवल गाइड होंगी है, मैप होंगे लेके। अमृतसर भी तो किन्ने फिरते होंगे, ट्रैवल गाइड कहनी एक गाइड होंगी है, वो होंगे उन्होंने को लेके बस सारी जगह घूमते फिरी जाते, बिकॉज मोस्ट ऑफ देयर लाइफ उन्होंने ट्रैवलिंग का बड़ा शौक होंगे। लाइफ मतलब वो नहीं कि जिदा जिदा उम्र बढ़ रही है अपने इतने लोग जोड़ना शुरू कर देंगे ने, वो स्पेंड करना शुरू करते हैं, पुट्ठा हिसाब किताब है। ठीक है जी, ये आया समझ? इंटरनेशनल डेट लाइन कितनी डिग्री दे? बड़ा सिंपल जहा क्वेश्चन है, इंटरनेशनल डेट लाइन कितनी डिग्री दे? डिग्री बहुत पेपर आता, सिंपल डिग्री पूछ लेंगे ने कि इंटरनेशनल डेट लाइन किहड़ी डिग्री के उपर है। डिग्री 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 कितनी है इंटरनेशनल डेट लाइन की? 180। ये जो मैप दिख रहा थोनों सामने, कुछ मैप्स इदा के होंगे ने जिदे थोनों जिदा इस साइड अलास्का लिखा हुआ, इस तो उपर खुंजे च कुछ मैप्स बड़े होंगे ने, उत्थे थोनों रशिया नज़र आएगा, उधर थोनों रशिया के नेड़े अलास्का नज़र आएगा। इदा क्यों? हाँ ठीक है, क्योंकि जोड़ा एक कंसैप्ट है कि वो इदा जुड़ी हुई है, समझ रहे हो? आप गल की सी प्राइम मेरिडियन की, वो प्राइम मेरिडियन लाइन इस साइड है, फ्रंट साइड इदा, ये जी लाइन है
ਪ੍ਰਾਈਮ ਮੈਰੀਡੀਅਨ। ਇਹਦੀ ਐਗਜ਼ੈਕਟ ਬੈਕ ਸਾਈਡ ਜੇ ਆਪਾਂ ਘੁੰਮ ਕੇ ਜਾਂਦੇ ਆ ਇਸ ਸਾਈਡ, ਇੱਥੇ ਇੱਕ ਲਾਈਨ ਹੈ, ਸੌਰੀ ਇੰਟਰਨੈਸ਼ਨਲ ਡੇਟ ਲਾਈਨ 180 ਡਿਗਰੀ ਤੇ, 180 ਡਿਗਰੀ ਤੇ ਬਿਲਕੁਲ ਇਸ ਸਾਈਡ ਬੈਕ ਸਾਈਡ। ਜੇ ਇਸ ਨੂੰ ਆਪਾਂ ਇਦਾਂ ਖੋਲ ਦਾਂਗੇ, ਤਾਂ ਉਹ ਕੀ 180 ਉਹੀ ਇੱਧਰ ਆ ਜਾਏਗੀ, ਉਹੀ ਇੱਧਰ ਆ ਜਾਏਗੀ। ਆ ਗਿਆ ਸਮਝ? ਇਹ ਕੰਸੈਪਟ ਹੈ, ਠੀਕ ਹੈ। ਇਦਾਂ ਕਰ ਦਾਂਗੇ 180 ਉਹੀ ਇੱਧਰ ਆ ਜਾਏਗੀ, ਉਹੀ ਇੱਧਰ ਆ ਜਾਏਗੀ। ਆਇਆ ਸਮਝ? ਹੈ ਨਾ, ਇੱਕ ਪਾਸੇ ਵੈਸਟ ਕਰ ਲਓ, ਇੱਕ ਪਾਸੇ ਈਸਟ ਕਰ ਲਓ, ਹੈ ਨਾ। ਜਿਹੜੇ ਤਾਂ ਹੁਣ ਐਗਜ਼ਾਮ ਨੇ UPSC ਵਗੈਰਾ ਦੇ, ਉਹ ਤਾਂ ਥੋੜਾ ਜਿਹਾ ਇਹਨੂੰ ਡਿਫਿਕਲਟ ਕਰਕੇ ਪੁੱਛਦੇ ਆ ਕੁਐਸਚਨਸ ਨੂੰ। ਜਿਹੜੇ ਸਟੇਟ ਐਗਜ਼ਾਮਸ ਹੋ ਗਏ ਜਾਂ SSC ਹੋ ਗਿਆ ਜਾਂ ਹੋਰ ਐਗਜ਼ਾਮਸ ਹੋ ਗਏ, ਉਹ ਸਿੰਪਲ ਕੁਐਸਚਨ ਪੁੱਛਦੇ ਆ ਕਿ ਜੇ ਤੁਸੀਂ ਇੰਟਰਨੈਸ਼ਨਲ ਡੇਟ ਲਾਈਨ ਕ੍ਰਾਸ ਕਰੋਗੇ ਵੈਸਟ ਟੂ ਈਸਟ ਤਾਂ ਕੀ ਹੋਏਗਾ, ਜੇ ਈਸਟ ਟੂ ਵੈਸਟ ਕਰੋਗੇ ਤਾਂ ਕੀ ਹੋਏਗਾ, ਕ੍ਰਾਸ ਕਰੋਗੇ ਜੀ। ਦੂਜੀ ਗੱਲ ਹੈ, ਜਿਹੜੀ ਇੰਟਰਨੈਸ਼ਨਲ ਡੇਟ ਲਾਈਨ ਹੈ ਇੱਕ ਸਟ੍ਰੇਟ ਲਾਈਨ ਨਹੀਂ ਹੈਗੀ, ਇਹ ਐਦਾਂ ਹੈ, ਐਦਾਂ ਜ਼ਿਗਜ਼ੈਗ ਫਾਰਮ 'ਚ, ਐਦਾਂ ਦੀ ਸ਼ੇਪ 'ਚ। ਚਾਹੇ ਇੱਥੇ ਬਣੀ ਵੀ ਹੋਏਗੀ ਜੇ ਮੈਪ ਹੋਇਆ, ਇੱਥੇ ਨਹੀਂ ਬਣੀ ਹੋਈ, ਛੋਟਾ ਮੈਪ ਹੈ, ਠੀਕ ਹੈ। ਇਹ ਐਦਾਂ ਕਿਉਂ ਹੈ ਜ਼ਿਗਜ਼ੈਗ ਲਾਈਨ, ਇੱਕ ਸਟ੍ਰੇਟ ਲਾਈਨ ਕਿਉਂ ਨਹੀਂ ਹੈ? ਕਿਉਂਕਿ ਇੱਕ ਕੰਟਰੀ ਡਿਫਰੈਂਟ ਟਾਈਮ ਜ਼ੋਨਸ 'ਚ ਤਾਂ ਰਹਿ ਸਕਦਾ ਹੈ, ਬਟ ਡਿਫਰੈਂਟ ਡੇਟਸ 'ਚ ਨਹੀਂ ਰਹਿ ਸਕਦਾ। ਇੱਕ ਕੰਟਰੀ ਦੇ ਵਿੱਚ ਡਿਫਰੈਂਟ ਟਾਈਮ ਜ਼ੋਨਸ ਤਾਂ ਹੋ ਸਕਦੇ, ਇੱਕ ਤੋਂ ਜ਼ਿਆਦਾ ਟਾਈਮ ਜ਼ੋਨਸ ਹੋ ਸਕਦੇ ਆ, ਬਟ ਇੱਕ ਤੋਂ ਜ਼ਿਆਦਾ ਡੇਟਸ ਨਹੀਂ ਹੋ ਸਕਦੀਆਂ ਕੰਟਰੀਜ਼ ਦੇ ਵਿੱਚ, ਸਮਝ ਰਹੇ ਹੋ? ਤਾਂ ਜਿਹੜਾ ਏਰੀਆ ਵਿੱਚ ਆ ਰਿਹਾ ਸੀਗਾ ਨਾ, ਇਹਨੂੰ ਚੇਂਜ ਕਰਕੇ ਪੂਰਾ ਇੱਕ ਕੰਟਰੀ ਦੇ ਏਰੀਆ ਵਿੱਚ ਲੈ ਲਿਆ, ਤਾਂ ਕਿ ਉਹਦੇ 'ਚ ਡੇਟ ਨਾ ਚੇਂਜ ਹੋਵੇ, ਸਮਝ ਰਹੇ ਹੋ? ਹੁਣ ਇਹਦੇ 'ਚ ਕੁਐਸਚਨ ਆਉਂਦਾ ਹੈ ਕਿ ਜੇ ਤੁਸੀਂ ਵੈਸਟ ਟੂ ਈਸਟ ਇੰਟਰਨੈਸ਼ਨਲ ਡੇਟ ਲਾਈਨ ਕ੍ਰਾਸ ਕਰੋਗੇ ਤਦ ਕੀ ਹੋਏਗਾ, ਜੇ ਤੁਸੀਂ ਈਸਟ ਟੂ ਵੈਸਟ ਕਰੋਗੇ ਫਿਰ ਕੀ ਹੋਏਗਾ। ਜਰਨਲੀ ਇਹ ਕੀ ਕਰਦੇ ਨੇ, ਜਾਂ ਤਾਂ ਦਿੰਦੇ ਨੇ ਕਿ ਇੱਕ ਸ਼ਿਪ ਦੇ ਦਿੰਦੇ ਨੇ ਕਿ ਇਹ ਸ਼ਿਪ, ਠੀਕ ਹੈ, ਸੇਲਿੰਗ ਫਰੋਮ ਵੈਸਟ ਟੂ ਈਸਟ ਕ੍ਰੋਸਿਸ ਇੰਟਰਨੈਸ਼ਨਲ ਡੇਟ ਲਾਈਨ ਫਰੋਮ ਵੈਸਟ ਟੂ ਈਸਟ, ਠੀਕ ਹੈ। ਉਹਦੇ ਨਾਲ ਤੁਹਾਨੂੰ ਦਿਨ ਦੇ ਦਿੰਦੇ ਨੇ, ਕ੍ਰੋਸਿਸ ਇੰਟਰਨੈਸ਼ਨਲ ਡੇਟ ਲਾਈਨ ਔਨ ਵੈਡਨਸਡੇ, what will be the next day, ਐਦਾਂ। UPSC ਵਾਲੇ ਬਹੁਤ ਕੰਪਲੀਕੇਟ ਕਰਕੇ ਦਿੰਦੇ ਨੇ, ਉਹ ਆਪਾਂ ਨੂੰ ਲੋੜ ਨਹੀਂ ਹੈਗੀ। ਜਾਂ ਈਸਟ ਟੂ ਵੈਸਟ ਦੇਣਗੇ ਕਿ ਇੱਕ ਪਲੇਨ ਨੇ ਫਲਾਈ ਕੀਤਾ, ਈਸਟ ਟੂ ਵੈਸਟ ਫਲਾਈ ਕੀਤਾ, ਉਹਨੇ ਇਸ ਦਿਨ ਇੰਟਰਨੈਸ਼ਨਲ ਡੇਟ ਲਾਈਨ ਕ੍ਰਾਸ ਕਰੀ, ਅਬ ਦੱਸੋ ਨੈਕਸਟ ਡੇ ਕਿਹੜਾ ਹੋਏਗਾ। ਜਦ ਆਪਾਂ ਵੈਸਟ ਟੂ ਈਸਟ ਕ੍ਰਾਸ ਕਰਦੇ ਹਾਂ ਤਾਂ ਦਿਨ ਗੇਨ ਹੋਏਗਾ ਕਿ ਲੂਜ਼ ਹੋਏਗਾ? ਲੂਜ਼ ਹੋਏਗਾ। ਦੱਸਦਾ, ਇੱਧਰ ਨੂੰ ਇੱਧਰ ਜਾਓਗੇ ਤਾਂ ਕੀ ਹੋਏਗਾ, ਗੇਨ ਹੋਏਗਾ। ਆਹੀ ਕੁਛ ਹੈ, ਬਟ ਇੱਥੇ ਲੂਜ਼ ਕਿਵੇਂ ਹੋ ਰਿਹਾ ਤੇ ਗੇਨ ਕਿਵੇਂ ਹੋ ਰਿਹਾ ਉਰੇ? ਲੂਜ਼ ਦਾ ਮਤਲਬ ਕੀ ਹੈ? ਜਿਹੜਾ ਕੈਲੰਡਰ ਹੈ, ਜੇ ਇੱਕ ਦਿਨ ਅੱਗੇ ਕਰਾਂਗੇ ਤਾਂ ਹੀ ਲੂਜ਼ ਹੋਏਗਾ। ਇੱਥੇ ਇੱਕ ਦਿਨ ਪਿੱਛੇ ਕਰਾਂਗੇ, ਜੇ ਇੱਕ ਦਿਨ ਪਿੱਛੇ ਕਰਾਂਗੇ ਤਾਂ ਹੀ ਗੇਨ ਹੋਏਗਾ। ਅੱਜ 21 ਤਰੀਕ ਹੈ, 21 ਤਰੀਕ ਚੋਂ ਕੱਢ ਕੇ ਮੈਂ ਤੁਹਾਨੂੰ 5 ਵਜ ਰਿਹਾ, ਮੈਂ ਇੱਕ ਦਿਨ ਚੋਂ ਕੱਢ ਕੇ ਤੁਹਾਨੂੰ ਕੱਲ ਦੀ 22 ਤਰੀਕ ਦੀ 5 ਚ ਲੈ ਜਾ, ਤੁਹਾਡੇ 24 ਘੰਟੇ ਖੋ ਗਏ। ਜਾਂ ਤੁਹਾਨੂੰ 12 ਵਜੇ ਤੋਂ ਬਾਅਦ ਟਾਈਮ ਹੋ ਜੇ ਤਾਂ ਤੁਹਾਡਾ ਟਾਈਮ ਗਿਆ, ਆਇਆ ਸਮਝ? ਲੂਜ਼ ਹੋ ਗਿਆ ਤੁਹਾਡਾ। ਕੈਲੰਡਰ ਇੱਕ ਦਿਨ ਅੱਗੇ ਜਾਣੇ ਤੇ ਹੀ ਲੂਜ਼ ਹੋਏਗਾ, ਇਹ ਚੀਜ਼ ਯਾਦ ਰੱਖਿਓ। ਇੱਕ ਦਿਨ ਪਿੱਛੇ ਜਾਣੇ ਤੋਂ ਹੀ ਗੇਨ ਹੋਏਗਾ। ਲੋਕ ਕੀ ਕਰਦੇ ਨੇ, ਇਹ ਤਾਂ ਉਹਨਾਂ ਨੂੰ ਪਤਾ ਹੈ ਕਿ ਲੂਜ਼ ਹੋਏਗਾ, ਬਟ ਉਹ ਕੀ ਕਰਦੇ ਨੇ, ਕੈਲੰਡਰ ਨੂੰ ਇੱਕ ਦਿਨ ਇਹ ਅੱਗੇ ਪਿੱਛੇ, ਉਹਨਾਂ ਨੂੰ ਲੱਗਦਾ ਹੈ ਕਿ ਲੂਜ਼ ਦਾ ਮਤਲਬ ਕੀ ਹੈ, ਉਹ ਪਿੱਛੇ ਕਰ ਦਿੰਦੇ ਨੇ। ਆਇਆ ਸਮਝ ਕੰਸੈਪਟ ਕੀ ਹੈ? ਆਇਆ ਸਮਝ? ਇਹਨੂੰ ਮੈਂ ਹੋਰ ਵੀ ਤਰੀਕੇ ਨਾਲ ਕਰਾ ਸਕਦਾ, ਬਟ ਜ਼ਿਆਦਾ ਕੰਪਲੀਕੇਟ ਕਰਨ ਦੀ ਲੋੜ ਨਹੀਂ ਆਪਾਂ ਨੂੰ। ਕਿ ਉਰੇ ਮੰਨ ਲਓ 12 ਵੱਜ ਰਹੇ, ਇਸ ਤੋਂ ਬਾਅਦ ਆਪਾਂ ਇਹਨੂੰ ਕਰ ਲਈਏ ਉਰੇ 13, 14, 15, 16 ਇੱਦਾਂ ਟਾਈਮ, ਠੀਕ ਹੈ, 11, 10, 9, 8, ਕਿ ਇੱਥੇ ਇੱਕ ਪਾਸੇ 0 ਹੋ ਗਿਆ, ਇੱਕ ਪਾਸੇ 24 ਹੋ ਗਿਆ, ਇੱਦਾਂ ਆ ਜਾਂਦਾ ਹੁੰਦਾ ਟਾਈਮ। ਜ਼ਿਆਦਾ ਕੁਛ ਕੰਪਲੀਕੇਟ, ਬਸ ਯਾਦ ਰੱਖਿਓ ਵੈਸਟ ਟੂ ਈਸਟ ਲੂਜ਼, ਈਸਟ ਟੂ ਵੈਸਟ ਗੇਨ। ਸਿੰਪਲ ਵੀ ਪੁੱਛ ਲੈਂਦੇ ਆ ਤੁਹਾਨੂੰ ਇਹ, ਠੀਕ ਹੈ। ਜਿਹੜਾ ਸਾਰਾ ਕੀਤਾ ਇਹਨੂੰ ਦੇਖੋ ਹੁਣ 1-2 ਮਿੰਟ, ਕੁਛ ਕੁਐਸਚਨ ਕਰਦੇ ਆ ਫਿਰ, ਜ਼ਿਆਦਾ ਨਹੀਂ ਕਰਨਾ ਆਪਾਂ ਨੇ ਇਹ।
ਨੈਕਸਟ ਜਿਹੜਾ ਹੋਏਗਾ ਉਹਦੇ 'ਚ ਆਪਾਂ ਇੰਡੀਅਨ ਜੋਗਰਾਫੀ ਨੂੰ ਅਸਲ 'ਚ ਆਪਾਂ ਨਾ ਦੋ ਹਿੱਸੇ 'ਚ ਵੰਡਦੇ ਹਾਂ। ਜੋਗਰਾਫੀ ਨੂੰ ਆਪਾਂ ਦੋ ਹਿੱਸੇ 'ਚ ਵੰਡਦੇ ਹਾਂ। ਇੱਕ ਤਾਂ ਹੁੰਦੀ ਹੈ ਫਿਜ਼ੀਕਲ ਜੋਗਰਾਫੀ ਦਾ ਪਾਰਟ ਸਾਰਾ, ਦੂਜੀ ਇੰਡੀਅਨ ਜੋਗਰਾਫੀ ਹੈ। ਠੀਕ ਹੈ, ਇੰਡੀਅਨ ਜੋਗਰਾਫੀ ਦੇ ਵਿੱਚ ਇੰਡੀਆ ਦੇ ਨਾਲ ਰਿਲੇਟਡ ਜਿੰਨਾ ਵੀ ਮਾਊਂਟੇਨ ਸਿਸਟਮ ਆ ਗਿਆ, ਰੀਵਰ ਸਿਸਟਮ ਆ ਗਿਆ, ਇੰਡੀਆ ਦਾ ਸੋਇਲ ਗਰੁੱਪਸ ਆ ਗਿਆ, ਇੰਡੀਆ ਦੀ ਸਿਟੀਜ਼ ਆ ਗਈ ਰੀਵਰਸ ਦੇ ਉੱਪਰ, ਇੰਡੀਆ ਦਾ ਮਿਨਰਲਸ ਵਗੈਰਾ ਆ ਗਏ ਸਾਰੇ, ਇੰਡੀਆ ਦੇ ਟਰਾਈਬਸ ਆ ਗਏ। ਠੀਕ ਹੈ, ਪਾਰਟੀਕੂਲਰ ਫਿਜ਼ੀਕਲ ਪਲੇਸਿਸ ਆ ਗਏ ਅਰਥ ਦੇ ਉੱਪਰ ਇੰਡੀਆ ਦੇ, ਇਹ ਸਾਰੇ ਇੰਡੀਅਨ ਜੋਗਰਾਫੀ ਦਾ ਪਾਰਟ ਹੈ। ਠੀਕ ਹੈ, ਮਾਊਂਟੇਨ ਸਿਸਟਮ ਵਗੈਰਾ। ਫਿਜ਼ੀਕਲ ਜੋਗਰਾਫੀ ਦੇ ਵਿੱਚ ਇੱਦਾਂ ਦੇ ਕੰਸੈਪਟ ਆ ਗਏ ਸਾਰੇ ਸਮਝਣ ਵਾਲੇ, ਆਇਆ ਸਮਝ। ਫਿਜ਼ੀਕਲ ਜੋਗਰਾਫੀ 'ਚ ਜ਼ਿਆਦਾ ਪ੍ਰੈਕਟੀਕਲ ਇੱਦਾਂ ਦੇ ਸਮਝਣ ਵਾਲੇ ਸਬਜੈਕਟ, ਇਹਦੇ 'ਚ ਜ਼ਿਆਦਾ ਲਿਖਣ ਵਾਲੇ ਸਬਜੈਕਟ ਨੇ, ਆਇਆ ਸਮਝ। ਇਹ ਦੋ ਹਿੱਸੇ 'ਚ ਵੰਡਦੇ ਆ। ਠੀਕ ਹੈ, ਰੀਵਰ ਸਿਸਟਮ ਦੇ ਤਿੰਨ ਪਾਰਟ ਬਣਦੇ ਨੇ ਰੀਵਰ ਸਿਸਟਮ ਦੇ। ਇੱਕ ਤਾਂ ਰੀਵਰਸ ਦੇ ਬਾਰੇ ਹੋ ਗਿਆ, ਉਹਨਾਂ ਦੀ ਟ੍ਰਿਬਿਊਟਰੀਜ਼ ਹੋ ਗਈ, ਡਿਸਟ੍ਰੀਬਿਊਟਰੀਜ਼ ਹੋ ਗਈ। ਠੀਕ ਹੈ, ਫਿਰ ਇੰਪੋਰਟੈਂਟ ਸਿਟੀਜ਼ ਕਿਹੜੇ ਕਿਹੜੇ ਨੇ ਰੀਵਰਸ ਦੇ ਉੱਪਰ, ਬੈਂਕ ਦੇ ਉੱਪਰ, ਕਿਨਾਰੇ ਤੇ। ਠੀਕ ਹੈ, ਫਿਰ ਸਿਟੀਜ਼ ਦੇ ਨਾਲ ਰੀਵਰਸ ਦੇ ਨਾਲ ਜੁੜੀ ਹੋਈ ਇਨਫੋਰਮੇਸ਼ਨ ਹੈ। ਇਹ ਦੋ ਤਿੰਨ ਟੌਪਿਕਸ ਸਿਟੀ ਉਹਦੇ 'ਚੋਂ ਰੀਵਰ 'ਚੋਂ ਕਵਰ ਹੁੰਦੇ ਨੇ ਸਾਰੇ। ਰੀਵਰ ਸਿਸਟਮ ਆਫ ਇੰਡੀਆ, ਮਾਊਂਟੇਨ ਸਿਸਟਮ ਹੈ, ਕਲਾਸੀਫਿਕੇਸ਼ਨ ਹੈ ਉਹਨਾਂ ਦੀ। ਠੀਕ ਹੈ, ਇਹ ਸਾਰਾ ਕੁਛ ਹੈ। ਦੇਖੋ ਇਹਨੂੰ 1-2 ਮਿੰਟ ਸਾਰਾ ਜੋ ਕੀਤਾ, ਫਿਰ ਅੱਗੇ ਕਰਦੇ ਹਾਂ ਆਪਾਂ। ਇਹਦਾ ਜੋਗਰਾਫੀ ਬਹੁਤ ਜ਼ਿਆਦਾ ਬੜੀ ਹੈ, ਲੈਂਥੀ ਬਹੁਤ ਹੈ। 15 ਨੰਬਰ ਦੇ ਹਿਸਾਬ ਨਾਲ ਵੀ ਆਪਾਂ ਨੂੰ ਬੜੇ ਦੇਖ ਕੇ ਟੌਪਿਕ ਕਰਨੇ ਪੈਣਗੇ। ਇਹ ਟੌਪਿਕ ਕਰਾਉਣ ਦਾ ਮਕਸਦ ਇਹ ਸੀਗਾ, ਇਹਦੇ 'ਚ ਤੁਹਾਡਾ ਕੁਝ ਬੇਸਿਕ ਜਿਹਾ ਕਵਰ ਹੋ ਜਾਂਦਾ ਚੀਜ਼ਾਂ। ਇਹਦੇ ਨਾਲ ਨਾ ਇਹਦੇ ਉੱਪਰ ਕਈ ਟੌਪਿਕ ਜੁੜੇ ਹੋਏ ਨੇ, ਅਰਥ ਦੇ ਸੀਜ਼ਨਸ ਵਗੈਰਾ ਸਾਰੇ ਇਹਦੇ ਨਾਲ ਜੁੜੇ ਹੋਏ ਨੇ, ਤਾਂ ਉਹ ਇਸੇ 'ਚੋਂ ਕਵਰ ਹੋ ਜਾਂਦੇ ਨੇ। ਦੈਟਸ ਵਾਈ ਇਹਨੂੰ ਕਰਾਉਣਾ ਜ਼ਰੂਰੀ ਹੋ ਜਾਂਦਾ। ਠੀਕ ਹੈ, ਕੁਝ ਕੁਐਸਚਨਸ ਨੇ ਰੈਂਡਮ। ਵੈਂਬਾਨੰਦ ਲੇਕ ਇੰਡੀਆ ਦੀ ਕਿਹੜੀ ਸਟੇਟ 'ਚ ਹੈ? ਵੈਂਬਾਨੰਦ ਲੇਕ, ਵੈਂਬਾਨੰਦ ਲੇਕ, ਵੈਂਬਾਨੰਦ ਲੇਕ ਕਿਹੜੀ ਸਟੇਟ 'ਚ ਹੈ? ਵੈਂਬਾਨੰਦ ਲੇਕ। ਠੀਕ ਹੈ, ਬੜੀ ਫੇਮਸ ਲੇਕ ਹੈ ਵੈਂਬਾਨੰਦ ਲੇਕ, ਇੱਥੇ ਨਹੀਂ ਲਿਖਿਆ ਹੋਇਆ ਕਿਤੇ ਵੀ। केरला, वैम्बानंद लेक केरला।
ठीक है। नैनी लेक, नैनी ये तो बड़ी फेमस जगह है, नैनीताल, हाँ उत्तराखंड। अर्थ ਦੇ 4 ਸੀਜ਼ਨਸ ਕਿਹੜੇ ਹੁੰਦੇ ਨੇ ਆਪਣੇ? 4 ਸੀਜ਼ਨਸ ਆਫ ਜਿਹੜੇ अर्थ ਦੇ ਹੈ। हाँ ऑटम हो गया, और किहड़े हो गए? स्प्रिंग, ऑटम, समर एंड विंटर। अर्थ दे सीजन चेंज किवें हुंदे ने? मान लो इत्थे विच सन है, अर्थ इनू रेवल्यूट कर रही है, 4 सीजन ने अपने। ठीक है, आपां नूं एक चीज़ पता है कि अर्थ जिहड़ी है, चाहे इदां ला लो, चाहे आपां नूं पता है कि अर्थ इदां इनू की कर रही है, ये ना जिहड़ा ये डिस्टेंस हुंदा, सेम नहीं हुंदा हैगा दोनों पासे, फर्क होंदा। ठीक है, जानकारी लिए दस रहा। एक बार अर्थ इत्थे सन दे मुरे आएगी, इदां ही होएगा। ठीक है, इत्थे आएगी, हुण ये ना सोचो कि इत्थे आंदी हुई अर्थ जिहड़ी हैगी, इत्थे आंदी हुई इदां हो जाएगी। ये जिहड़ी शेप है इहदी, ये जिहड़ा घूम रही है, ये इदां ही रहेगी। आए समझ? तां तो अपने सीजन चेंज होंदे हैं। जे इदां करेगी तो फिर जिहड़े हिस्से च जिहड़ा वो रहेगा उदां ही सीजन नहीं चेंज होएगा। फिर आया समझे? इसकी शेप इदां ही रहेगी। ठीक है, ये ट्रॉपिक ऑफ कैंसर है, ये ट्रॉपिक ऑफ, जिहड़ा पोल सन दे वल नूं टिल्ट होएगा, जिहड़ा पोल उपर नॉर्थ पोल है, थले साउथ पोल है, जिहड़ा पोल सन दे वल नूं टिल्ट होएगा उत्थे समरस होणगियां। सिर्फ 2 ही पोजीशनां ने जिन्हां च पोल टिल्ट हो रहे हैं, एक पोजीशन, एक पोजीशन, इदां ही हो रहा। हुण मान लो आपां ट्रॉपिक ऑफ कैंसर कोल रहने, आपां सारे हिंदुस्तानी इंडियंस, इत्थे कोई बंदा खड़ा है, ये ट्रॉपिक ऑफ कैंसर कोल खड़ा है, ये ट्रॉपिक ऑफ कैंसर है, इदां ही है ना। हुण इत्थे समरस ने, सन की डायरैक्ट रेज इत्थे पै रही ने, समझ रहे हो? डायरैक्ट रेज दे विच आ रहा ना, इत्थे पै रही ने, यानी सिर दे उपर आ रहा सूरज वर्टिकली एक बार, यही हो रहा। जदों इस पासे जा रहा, हुण किहड़ा पोल टिल्ट है? साउथ पोल है। ट्रॉपिक ऑफ कैंसर किहड़ा उपर, बंदा कित्थे खड़ा है? पूरे सन की डायरैक्ट रेज तो थले पै रही, उरे इहदा विंटर हो जाएगा, इहदा समरस हो जाएगा। मान लो तुसीं उरे रह रहे हो, तुहाडा की आ गया? विंटर आ गया, इत्थे समर आ गया। इदां ही सीजन चेंज होंदे ने। ये जिहड़ी शेप है, एक्सल पैरलिज्म कहते हैं, इदां ही रहिंदी है, अर्थ की शेप इदां ही रहेगी, ये चेंज नहीं होएगी। फिर एक कंडीशन आती है इक्विनॉक्स की। इक्विनॉक्स, व्हाट डू यू मीन बाय इक्विनॉक्स? इक्विनॉक्स का मतलब की होंदा? इक्विनॉक्स मीन्स इक्वल डिस्ट्रीब्यूशन। ठीक है, इक्विनॉक्स मीन्स इक्वल डिस्ट्रीब्यूशन। ठीक है जी। 2 इक्विनॉक्स आते हैं जिस दिन ते रात बराबर हो जाते हैं। अपने जिहड़े घरां दे विच पुराने बंदे बैठे हैं, जिन्होंने बिल्कुल कुछ पढ़े लिखे नहीं है वो बिल्कुल भी, बट उन्होंने फिर भी पता है कि अज पिंडां च अपने आम गल्लां करते हैं कि अज दिन बधने शुरू हो गए, अज रातां छोटी होनियां शुरू हो गई। वो यही तो चीज़ां ने, समझ रहे हो? वो उन्होंने होर लैंग्वेज पता ने।
ठीक है, इक्विनॉक्स आणगे। एक ये कंडीशन इक्विनॉक्स दी है, एक ये कंडीशन इक्विनॉक्स दी है। ऐदां ही है जदों सन दी रेज जिहड़ियां हैगियां इक्वली इत्थे पै रहीआं, इक्वेटर दे उपर पै रहीआं। आया समझ? एक ये हो गया, एक इत्थे समर्स ने हुण आपां यानी गर्मियां तो मई जून के महीने तो लेके आपां दसंबर वल वध रहे हैं। ठीक है, बिच की आएगा अक्तूबर सितंबर का महीना, उस टाइम जो दिन ते रात बराबर होंगे ने, 4 सीजन आते हैं। ये तो हो गया समर, ये हो गया विंटर, बिच एक सीजन होर आता, किहड़ा आंदा है? ऑटम। इत्थे की आएगा? ऑटम। ऑटम नाल इक्विनॉक्स कहते हैं जिन्हों, इनू सोलिस्टाइस कहते हैं। आ गया समझ? नींद आ रही है? चाह चू मंगाइए? अच्छा ठीक है, उरे सन की रेज बराबर पै रही है। बिच महीना आंदा है ना जदों दिन ते रात बराबर होंदे ने, सर्दियों तो पहला, फिर दिन छोटे होने शुरू हो जाते हैं, रातां बड़ियां होनियां शुरू हो जांदियां ने। इत्थे सब तो बड़ा दिन होंदा एक बार, किहड़ा दिन होंदा गर्मियां सब तो बड़ा दिन, किहड़ा दिन आंदा है? वेरी कर सकदा, बट जनरली आप 21 जून मानते हैं। वेरी कर सकदा 20 तो लेके 22 जून के बीच, 21 जून आप सब तो बड़ा दिन मानते हैं। 21 जून तो बाद आप इत्थे पहुंचे, फिर कदों दिन ते रात बराबर कदों होंदे ने? किहड़ा महीना आंदा है? जदों आप कहने कि अज दिन ते रात बराबर हो गए, इस तो बाद की होएगा? दिन छोटे होने शुरू हो जाएंगे तो रातां बड़ियां होनियां शुरू हो जाएगियां। फिर आप इत्थे पहुंचांगे, इत्थे पहुंच के की होएगा? इत्थे फिर सब तो बड़ा सब तो छोटा दिन आएगा। दसंबर जाता ना, 21 दिसंबर तो लेके 22-23 दिसंबर कोई भी हो सकता, बट जनरली आप 22 दिसंबर मान लें। सब तो छोटा दिन आ गया इत्थे आके। फिर छोटे दिन तो बाद इत्थे की होंदा? दिन बड़े होने शुरू होंदे ने। इत्थे मार्च आ गया जिन्हों आप स्प्रिंग कहने हैं, मार्च आ गया। मार्च तो बाद फिर ये सर्कल चल रहा है, मिलियंस ऑफ ईयर्स तो सर्कल। आ किहड़ा हुंदा है तो दसो मैनूं? ऑटम किहड़े महीने च आंदा जदों दिन ते रात बराबर होंदे ने? मार्च च भी तो होंदे ने, जदों 21 मार्च आरो कहने आप, 21 मार्च नूं होंदे ने ना आरो नूं। उस तो बाद सब तो बड़ा दिन आ जाता है। 2 बार दिन बराबर होणगे, दिन ते रात 2 बार बड़े छोटे होणगे। इत्थे भी बराबर होणगे, इत्थों दिन बड़े होने शुरू हो जाते हैं। इत्थे जाके सब तो बड़ा दिन आ जाता है, फिर छोटे होने शुरू होंदे ने। इत्थे जाके सब तो छोटा दिन आ जाता है। ठीक है, फिर बड़े होने शुरू, सब तो बराबर बराबर हो जाता, और आके फिर अब मिलियंस ऑफ ईयर तो सर्कल चल रहा है अर्थ का। इदां अपने 4 जिहड़े हैगे ने सीजन चेंज होंदे ने, आप बार बार एक्सपीरियंस करते हैं ये चीज़। आ गया सिंपल तो सिंपल शब्दों च दस्सिया मैं तुहानूं। तो जोग्राफी जिहड़ा हैगा एक प्रैक्टिकल सब्जैक्ट है, किते भी तुहानूं कोरसपोंडेंस स्टडी च जोग्राफी नहीं मिलेगा, क्योंकि लैब्स वगैरह प्रैक्टिकल करके दिखाने होंगे। इत्थे आपां कोई डमी मॉडल है वो चीज़ नहीं कर सकते, बोर्ड ते जिन्ना हैल्पफुल हो सकता। आया समझ के? एक बंदा उरे खड़ा होना, उत्थे खड़ा होएगा कैंसर ते, ट्रॉपिक ऑफ कैंसर से, बट लाइट तो कैप्रीकॉर्न ते पेगी, तो उत्थे विंटर हो जाएगी, समर हो जाएगी, अपने उरे विंटर हो जाएगी। इदां ही हो रहा ना। आस्ट्रेलिया का तो अपना मौसम एक तरह जिहा रहिंदा ऑलमोस्ट। जो घूम के जाएगा आस्ट्रेलिया किहड़े हिस्से च, अर्थ के इस हिस्से च, उत्थे घट वो पेगा। आया समझ? अपना सेम जिहा मौसम रहिंदा है, बट कनेडा अमरीका च ठंड बहुत ज़्यादा पैंदी है। किथे डेजर्ट है, उत्थे डेजर्ट है, इस वजह तो गर्मी अपने थोड़ी होंदी है। एशिया तो ज़्यादा गर्मी नहीं हैगी, अपने तो बहुत ज़्यादा गर्मी है। गर्मी सब तो ज़्यादा इक्वेटर के नेड़े होंदी है। जिन्ने प्लेसिस इक्वेटर के नेड़े होणगे उत्थे गर्मी होएगी ज़्यादा, समझ रहे हो? इक्वेटर के नेड़े 3 बजे या 4 बजे के नेड़े तेड़े मीह आंदा है, जिन्होंने आफ्टरनून शावर्स कहते हैं, क्योंकि सन दे उहदे नाल अर्थ हीट हो जाती है। 2 घंटे लगते हैं उपर बन के सारा एवोपरेट होने चो, करन च 2 तो 2.5 घंटे, फिर वो 3 बजे बरसते हैं। जे 12 बजे सूरज 12:30 बजे सिर के उपर आता है तो 3 बजे बरसात होंदी है। आ सारे जिन्ने भी एमेजोन रेन फॉरेस्ट वाला एरिया इक्वेटर के नेड़े तेड़े, सारा ब्राज़ील हो गया, आ हो गया सारा, इन्हां दे विच नूं इंडोनेशिया हो गया, इहदे विच नूं सारा इंडिया का थल्ला पासा सारा जिहड़ा जा रहा एमेजोन रेन फॉरेस्ट ने, बहुत ज़्यादा थिक फॉरेस्ट ने, सन की रेज भी नहीं पहुँचदियाँ धरती तक, इन्ने ज़्यादा वो रहिंदे ने। एक अलग तरह की वैजीटेशन मिलती है ना। इंसानी फितरत किदां दी है ना। आस्ट्रेलिया च पहला जदों पानी उहदी लोड़ सीगी तो ऊँट बुला ले, अरब तो माइग्रेट कर ले, कितों माइग्रेट कर ले, हुण 12,000 ऊँट मारता। इंसान तो ज़्यादा सैल्फिश कोई नहीं है, मतलब कोई चक्कर नहीं कि वो जानवर है तो उन्होंने मार दो, है ना।
ਸਿਰਫ ਇੱਕ ਸੈਸ਼ਨ ਅਟੈਂਡ ਕਰ ਲਓ ਕੋਈ ਵਧੀਆ ਜਿਹੇ ਬੰਦੇ ਦਾ, ਕਿਸੇ ਵਧੀਆ ਦਾ ਇਨਵਾਇਰਮੈਂਟ ਤੇ ਕਲਾਈਮੇਟ ਦੇ ਉੱਪਰ, ਤੁਹਾਨੂੰ ਮੁੜ ਕੇ ਲੱਗੇਗਾ ਕਿ ਦੁਨੀਆ 'ਚ ਬਾਕੀ ਸਾਰੇ ਮੁੱਦੇ ਟੋਟਲ ਵੇਸਟੇਜ ਆਫ ਟਾਈਮ ਨੇ। ਕਿਸੇ ਰਿਲੀਜਨ ਦੇ ਉੱਪਰ, ਕਿਸੇ ਚੀਜ਼ ਦੇ ਉੱਪਰ ਗੱਲ ਕਰਨਾ ਹੀ ਵਿਅਰਥ ਹੈ, ਬੇਕਾਰ ਹੈ, ਕਿਉਂਕਿ ਕਲਾਈਮੇਟ ਤੋਂ ਜ਼ਿਆਦਾ ਇੰਪੋਰਟੈਂਟ, ਇਨਵਾਇਰਮੈਂਟ ਤੋਂ ਇੰਪੋਰਟੈਂਟ ਇਸ ਅਰਥ ਲਈ ਕੁਝ ਵੀ ਨਹੀਂ ਹੈਗਾ, ਜਿਹੜਾ ਬੇਸਿਕ ਮਕੈਨਿਜ਼ਮ ਹੈ ਅਰਥ ਦਾ। ਬਟ ਇਨਸਾਨ ਉਹਦੇ ਨਾਲ ਇੰਨੀ ਕੁ ਜ਼ਿਆਦਾ ਛੇੜਛਾੜ ਕਰ ਰਿਹਾ, ਉਹਨੂੰ ਇੰਨਾ ਕੁ ਜ਼ਿਆਦਾ ਤੰਗ ਕਰ ਰਿਹਾ, ਇੰਨਾ ਕੁ ਜ਼ਿਆਦਾ ਉਹ ਕਰ ਰਿਹਾ, ਅਤੇ ਉਹਦਾ ਰਿਜ਼ਲਟ ਮਿਲ ਰਿਹਾ ਇਨਸਾਨ ਨੂੰ ਇਹ ਸਾਰਾ। ਜਿਹੜਾ ਇੰਨੀ ਜ਼ਿਆਦਾ ਅਨਸਰਟਨਿਟੀ ਹੋ ਗਈ, ਇੰਨੀ ਜ਼ਿਆਦਾ ਬਰਸਾਤ ਹੁੰਦੀ ਹੈ ਇੱਕ ਸਾਲ, ਫਿਰ ਅਗਲੇ ਸਾਲ ਜਮਾਂ ਹੀ ਸੁੱਕਾ ਪੈ ਜਾਂਦਾ, ਇੰਨੀ ਜ਼ਿਆਦਾ ਗ੍ਰੀਨ ਹਾਊਸ ਗੈਸ ਇਫੈਕਟ ਵੱਧ ਗਿਆ। ਅਰਥ ਦਾ ਆਉਣ ਵਾਲੇ 10-15 ਸਾਲਾਂ ਦੇ ਵਿੱਚ ਬੇਸਿਕ ਟੈਂਪਰੇਚਰ 2 ਤੋਂ 2.5 ਡਿਗਰੀ ਵੱਧ ਜਾਣਾ, ਜਿਹੜਾ ਹੁਣ 52 ਡਿਗਰੀ 'ਤੇ ਜਾ ਰਿਹਾ ਉਹ 55-60 ਡਿਗਰੀ 'ਤੇ ਜਾਣਾ ਸ਼ੁਰੂ ਹੋ ਜਾਣਾ। ਇੰਨਾ ਬੁਰਾ ਹਾਲ ਹੋ ਜਾਂਦਾ। ਗਰਮੀਆਂ 'ਚ 50 ਡਿਗਰੀ, ਪਿਛਲੀ ਜਿਹੜੀ ਲਾਸਟ 19 ਦੀ ਗਰਮੀਆਂ ਲੱਗੀਆਂ 52-52 ਡਿਗਰੀ ਟੈਂਪਰੇਚਰ ਗਿਆ। ਕਿੰਨੀ ਛੇੜਛਾੜ ਕਰਦਾ ਇਨਸਾਨ। ਜਿਹੜੀ ਬਿਲਡਿੰਗਸ ਨੇ, 34 ਦਾ ਇੱਕ ਐਗਜ਼ਾਮਪਲ ਲੈ ਲਓ, ਇੱਕ ਬਿਲਡਿੰਗ ਦੇ ਵਿੱਚ ਘੱਟੋ ਘੱਟ 15-15, 20-20 ਆਫਿਸਿਸ ਨੇ, ਹਰ ਆਫਿਸ ਦੇ ਵਿੱਚ 2-2, 3-3 ਏਸੀ ਨੇ, 4-4 ਏਸੀ ਨੇ, ਸਾਰੇ ਕੰਟਰੀਬਿਊਟ ਕਰ ਰਹੇ ਨੇ ਇਨਵਾਇਰਮੈਂਟ ਡੈਮੇਜ ਦੇ ਵਿੱਚ। ਆ ਜਿਹੜੀ ਕੰਸਟਰਕਸ਼ਨ ਹੋ ਰਹੀ ਹੈ ਕੰਕਰੀਟ ਦੀ, ਸਾਰਾ ਕੁਝ ਇਹ ਸਭ ਇਨਵਾਇਰਮੈਂਟ ਦੇ ਉਹਦੇ ਚ ਲਈ ਹਾਰਮਫੁਲ ਨੇ ਬਹੁਤ ਜ਼ਿਆਦਾ। ਠੀਕ ਹੈ, ਇਨਵਾਇਰਮੈਂਟ ਤੋਂ ਇੰਪੋਰਟੈਂਟ ਕੁਝ ਵੀ ਨਹੀਂ ਹੈਗਾ, ਬਟ ਇਨਸਾਨ ਉਹਦੀ ਕੀਮਤ ਨਹੀਂ ਸਮਝ ਰਿਹਾ, ਉਹਦੀ ਕੀਮਤ ਸਮਝਣੀ ਪਏਗੀ। ਠੀਕ ਹੈ, ਚਲੋ ਬਹੁਤ ਹੈ ਅੱਜ ਲਈ। ਠੀਕ ਹੈ ਜੀ।